ਗੁਰੂ ਨਾਨਕ ਪਾਦ ਪੰਕਜ ਬੰਦਨ ਅਦ ਪੰਕਜ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋੜੀ ਨਾਮੋ ਕਰ ਜੋੜੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਨਹੀਂ ਰਾਜ ਕਿਸ ਦੇਸ਼ ਕੋ ਦੁਰਗ ਬਿਸਾਲ ਨ ਕੋਏ। ਚਮੂ ਸਿੰਘ ਕਬ ਬਹੁਤ ਹੋਏ ਕਬ ਕਰ ਗਮਨੇ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। जिन के भाग बड़े हैं भाई तिन साधु संग मुख जुरे। नेता प्रति गुरु चरना च हाजरियां भर के अपने जीवन का कुछ कीमती समा गुरु लेखे ला के सफला कर दे। कलगीधर पातशाह जी महाराज जी दे साहिबजादे साहिबजादा बाबा जोरावर सिंह जी साहिबजादा बाबा फतेह सिंह जी कलगीधर पातशाह जी महाराज जी दे सत्कारयोग माता माता गुजरी जी उन्हां दी कुर्बानी दे दिन चल रहे ने। ठंडे बुरज विच रातां कट रहे ने। वैरियां वल्लों अनेकां तसीहे साहिबजादियां नूं दित्ते जा रहे ने।
ਅੱਤ ਦੀ ਇਸ ਕੜਾਕੇ ਦੀ ਠੰਡ ਵਿੱਚ ਬਸਤਰ ਲਾ ਕੇ ਚਾਬਕਾਂ ਨਾਲ ਸਰੀਰ ਦਾ ਮਾਸ ਉਧੇੜਿਆ ਜਾ ਰਿਹਾ ਹੈ। ਸੁਲਾਖਾਂ ਗਰਮ ਕਰਕੇ 7 ਸਾਲ ਤੇ 9 ਸਾਲ ਦੇ ਮਾਸੂਮ ਬੱਚਿਆਂ ਦੀ ਚਮੜੀ ਨੂੰ ਜਲਾਇਆ ਜਾ ਰਿਹਾ ਹੈ। ਪਰ ਧੰਨ ਨੇ ਗੁਰੂ ਕੇ ਲਾਲ, ਡਿਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਦੀ ਖੇਡ ਖੇਡ ਰਹੇ ਨੇ। ਜਦੋਂ ਡਰਾਇਆ ਜਾਂਦਾ ਹੈ, ਮੌਤ ਦਾ ਖੌਫ ਦਿੱਤਾ ਜਾਂਦਾ ਹੈ, ਤਾਂ ਉਸ ਵੇਲੇ ਆਪਣੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦੇ ਨੇ ਔਰ ਸਮੇਂ ਦੇ ਹੁਕਮਰਾਨ ਨੂੰ ਕੜਕਵੀਂ ਆਵਾਜ਼ ਵਿੱਚ ਜਵਾਬ ਦਿੰਦੇ ਹਨ, ਹਮਾਰਾ ਬੰਸ ਰੀਤ ਯਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਸਾਡੇ ਬੰਸ ਦੀ ਇਹ ਮਰਿਆਦਾ ਹੈ, ਸੀਸ ਚਲਾ ਜਾਏ ਪਰ ਆਪਣਾ ਧਰਮ ਨਹੀਂ ਤਿਆਗਣਾ। ਉਹਦੇ ਲਈ ਪ੍ਰਤੱਖ ਪ੍ਰਮਾਣ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ। ਸਾਹਿਬਜ਼ਾਦਿਆਂ ਦੇ ਉਸ ਪਾਵਨ ਸਰੂਪ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ ਔਰ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਕਿਵੇਂ ਪਹਾੜੀ ਰਾਜੇ ਦਿੱਲੀ ਦੇ ਸੂਬੇਦਾਰ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਔਰ ਸਤਿਗੁਰਾਂ ਦੇ ਸਾਜੇ ਨਵਾਜੇ ਹੋਏ ਖਾਲਸੇ ਪੰਥ ਦੀ ਵਿਥਿਆ ਸੁਣਾ ਰਹੇ ਨੇ। ਔਰੰਗਜ਼ੇਬ ਦੇ ਹੁਕਮ ਨਾਲ ਬੇਅੰਤ ਫੌਜਾਂ ਤਿਆਰੀਆਂ ਕਰ ਰਹੀਆਂ ਨੇ ਪਹਾੜੀ ਰਾਜਿਆਂ ਦੀ ਮਦਦ ਕਰਦਿਆਂ ਆਨੰਦਪੁਰ ਸਾਹਿਬ ਤੇ ਸਤਿਗੁਰਾਂ ਤੇ ਹਮਲਾ ਕਰਨ ਦੀਆਂ। ਆਓ ਗੁਰਦੇਵ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਬਾਹਰੋਂ ਸੇਵਾਦਾਰ ਨੂੰ ਭੇਜ ਕੇ ਬਾਹਰ ਬਸ ਬੰਦ ਕਰਾਓ ਜਿਹੜਾ ਵੀ ਲੱਗਾ। ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੋਰ ਗੁਰੂ ਗੋਬਿੰਦ ਸਿੰਘ, ਜ਼ਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਸਰੂਪ ਨੂੰ ਆਪਣੇ ਹਿਰਦਿਆਂ 'ਚ ਵਸਾਉਂਦੇ ਆਪ ਜੀ ਦੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ नहीं राज किस देश को, दुर्ग विशाल न कोई। ਪਹਾੜੀ ਰਾਜੇ ਦਿੱਲੀ ਦੇ ਸੂਬੇਦਾਰ ਨੂੰ ਦੱਸ ਰਹੇ ਨੇ, ਐ ਸੂਬੇਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਿਸੇ ਦੇਸ਼ ਦਾ ਰਾਜ ਨਹੀਂ ਹੈ।
ਉਹਨੇ ਪੁੱਛਿਆ ਸੀ ਨਾ ਵੀ ਉਹਨਾਂ ਕੋਲ ਕਿਹੜੀ ਰਿਆਸਤ ਹੈ ਜਿੱਥੋਂ ਉਹ ਤਨਖਾਹਾਂ ਦਿੰਦੇ ਨੇ ਆਪਣੇ ਸਿਪਾਹੀਆਂ ਨੂੰ। ਤਾਂ ਭੀਮ ਚੰਦ ਦੱਸਦਾ, ਕਹਿੰਦਾ ਜੀ ਉਹਨਾਂ ਦੇ ਕੋਲ ਕੋਈ ਆਪਣਾ ਦੇਸ਼ ਨਹੀਂ ਹੈ। ਪਰ ਪਾਪੀਆਂ ਨੂੰ ਇਹ ਨਹੀਂ ਪਤਾ ਇਹ ਸਾਰਾ ਦੇਸ਼ ਕੀ ਸਾਰਾ ਵਿਸ਼ਵ ਕਲਗੀਧਰ ਪਾਤਸ਼ਾਹ ਦਾ ਹੈ। ਕਹਿੰਦੇ ਜੀ ਉਹਨਾਂ ਕੋਲ ਆਪਣਾ ਕੋਈ ਰਾਜ ਨਹੀਂ, ਆਪਣਾ ਕੋਈ ਦੇਸ਼ ਨਹੀਂ, ਨਾ ਹੀ ਉਹਨਾਂ ਦੇ ਕੋਲ ਕੋਈ ਆਪਣਾ ਵੱਡਾ ਦੁਰਗ ਕਿਲਾ ਹੈ। ਚਮੂ ਸਿੰਘ ਕਬ ਬੋਤ ਹੋਏ, ਕਬ ਕਰ ਗਮਨੇ ਸੋਏ। ਕਦੇ ਤਾਂ ਉਹਨਾਂ ਕੋਲ ਜਿਹੜੀ ਫੌਜ ਹੈ ਉਹ ਬੇਅੰਤੀ ਹੋ ਜਾਂਦੀ ਹੈ, ਹਜ਼ਾਰਾਂ ਦੀ ਗਿਣਤੀ 'ਚ ਸਿੰਘ ਉਹਨਾਂ ਦੇ ਕੋਲ ਇਕੱਠੇ ਹੋ ਜਾਂਦੇ ਨੇ, ਤੇ ਕਦੇ ਗਿਣਤੀ ਦੇ ਹੀ ਰਹਿ ਜਾਂਦੇ ਨੇ। ਉਹਨਾਂ ਦੇ ਸਿੰਘ ਛੁੱਟੀਆਂ ਲੈ ਕੇ ਘਰਾਂ ਨੂੰ ਵੀ ਚਲੇ ਜਾਂਦੇ ਨੇ। ਫੌਜ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ ਉਹਨਾਂ ਕੋਲ ਵੀ ਇੰਨੀ ਫੌਜ ਪੱਕੀ ਉਹਨਾਂ ਕੋਲ ਰਹਿੰਦੀ ਹੈ। ਕਦੇ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਿੰਘ, ਤੇ ਕਦੇ ਛੁੱਟੀਆਂ ਲੈ ਕੇ ਆਪੋ ਆਪਣੇ ਘਰੋਂ ਘਰੀ ਚਲੇ ਜਾਂਦੇ ਹਨ। ਚੌਪਈ ਆਪ ਗੁਰੂ ਤਨਕ ਵਿਦਿਆ ਪੰਡਿਤ। ਸਤਿਗੁਰੂ ਜੀ ਆਪ ਬੜੇ ਮਹਾਨ ਧਨਖ ਵਿਦਿਆ ਦੇ ਪੰਡਤ ਨੇ। ਧਨਖ ਵਿਦਿਆ ਦੇ ਪੰਡਤ, ਪੰਡਤ ਦਾ ਮਤਲਬ ਹੁੰਦਾ ਵਿਦਵਾਨ। ਧਨਖ ਵਿਦਿਆ ਦੇ ਬੜੇ ਵਿਦਵਾਨ ਨੇ, ਉਹਨਾਂ ਜੈਸਾ ਕੋਈ ਧਨਖਧਾਰੀ ਨਹੀਂ ਹੈ ਐ ਸੂਬੇਦਾਰ। ਔਰ ਇਹ ਗੱਲਾਂ ਅਸੀਂ ਕਹਿਬਤ ਮਾਤਰ ਨਹੀਂ ਸੁਣਾ ਰਹੇ, ਆਪਣੀਆਂ ਅੱਖਾਂ ਨਾਲ ਵੇਖੀ ਐ ਅਸੀਂ ਉਹਨਾਂ ਦੀ ਵਿਦਿਆ ਕਿ ਉਹ ਕਿਵੇਂ ਤੀਰ ਚਲਾਉਂਦੇ ਹਨ। ਗਜ਼ਬ ਗੁਜ਼ਾਰੇ ਬਾਨਨ ਚੰਡਤ। ਜਦੋਂ ਉਹ ਆਪਣੇ ਤੀਰ ਚਲਾਉਂਦੇ ਨੇ, ਪਰ ਉਸ ਵੇਲੇ ਤਾਂ ਫਿਰ ਗਜਬ ਹੀ ਹੁੰਦਾ, ਗਜਬ ਗਜਬ ਹੀ ਗੁਜ਼ਾਰਦੇ ਨੇ ਜਦੋਂ ਉਹ ਆਪਣੇ ਤੀਰ ਚਲਾਉਂਦੇ ਹਨ। ਪੈਂਡ ਖਾਨ ਸੇ ਜਿਨੇ ਖਪਾਏ। ਇਹ ਤਾਂ ਹੁਣ ਤੁਹਾਨੂੰ ਬਹੁਤੀ ਕਹਿਣ ਦੀ ਜ਼ਰੂਰਤ ਨਹੀਂ, ਪਤਾ ਹੀ ਹੈ ਤੁਹਾਡਾ ਕਿੱਡਾ ਵੱਡਾ ਜਰਨੈਲ ਸੀ ਪੈਂਡ ਖਾਨ। ਇੱਕੋ ਤੀਰ ਨਾਲ ਮਾਰ ਕੇ ਗੁਰੂ ਜੀ ਨੇ ਉਹਨੂੰ ਮੁਕਾ ਦਿੱਤਾ। ਕਿੱਡਾ ਜਰਨੈਲ ਸੀ ਤੁਹਾਡਾ, ਇੱਕ ਤੀਰ ਹੀ ਉਹਨੂੰ ਬਖਸ਼ਿਆ ਤੇ ਦੇਵਲੋਕ ਨੂੰ ਭੇਜ ਦਿੱਤਾ। ਤੀਰ ਅਨੂਪਮ ਬ੍ਰਿੰਦ ਚਲਾਏ। ਅਨੂਪਮ ਤੀਰ, ਅਨੂਪਮ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਜੈਸੇ ਤੀਰ ਕੋਈ ਦੂਸਰਾ ਨਹੀਂ ਚਲਾ ਸਕਦਾ, ਐਸਾ ਤੀਰ ਚਲਾਉਂਦੇ ਆ। ਐਸੇ ਤੀਰ ਅੰਦਾਜ਼ ਨੇ ਕਿ ਅਨੂਪਮ ਹੈ ਉਹਨਾਂ ਦੇ ਤੀਰ ਚਲਾਉਣ ਦੀ ਵਿਦਿਆ। ਸ਼੍ਰੀ ਨਾਨਕ ਗਾਦੀ ਪਰ ਥਿਰਿਓ। ਔਰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਸਥਿਰ ਹਨ। ਸਤਿਗੁਰ ਰਾਮਦਾਸ ਬਿਦਤਿਓ। ਇਹਨਾਂ ਦੇ ਘਰ ਵਿੱਚ ਇਹਨਾਂ ਦੇ ਵੱਡੇ ਹੋਏ ਨੇ ਸੋਢੀਆਂ ਦੀ ਕੁਲ ਦੇ ਸਿਰਮੌਰ, ਜਿੱਥੋਂ ਸੋਢੀਆਂ ਦੀ ਅੱਗੇ ਪੀੜ੍ਹੀ ਚੱਲੀ ਹੈ ਉਹਨੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਹਨਾਂ ਦੇ ਵੱਡੇ ਨੇ, ਇਹਨਾਂ ਦੇ ਬਜ਼ੁਰਗ ਨੇ, ਚੌਥੇ ਗੁਰੂ ਨੇ ਸ੍ਰੀ ਗੁਰੂ ਰਾਮਦਾਸ ਜੀ। ਤਿੰਨ ਕੋ ਸੁਤ ਸ੍ਰੀ ਅਰਜਨ ਹੋਵਾ। ਅੱਗੋਂ ਉਹਨਾਂ ਦੇ ਸਾਹਿਬਜ਼ਾਦੇ, ਉਹਨਾਂ ਦੇ ਸਪੁੱਤਰ, ਉਹਨਾਂ ਦੀ ਜਗ੍ਹਾ ਤੇ ਬੈਠੇ ਜਿਹੜੇ ਗੁਰੂ ਸਨ, ਉਹਨਾਂ ਦਾ ਨਾਮ ਸੀ ਸ੍ਰੀ ਗੁਰੂ ਅਰਜਨ ਦੇਵ ਜੀ। ਪਹਾੜੀ ਰਾਜੇ ਗੁਰੂ ਘਰ ਬਾਰੇ ਜਾਣਦੇ ਸੀ ਜਿੰਨਾ ਕੁ, ਉਹ ਸੂਬੇਦਾਰ ਨੂੰ ਦੱਸ ਰਹੇ ਨੇ ਦਿੱਲੀ ਦੇ ਨੂੰ ਕਿ ਉਹਨਾਂ ਦੇ ਅੱਗੇ ਜਿਹੜੇ ਸਪੁੱਤਰ ਸਨ ਉਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਨ। ਮਤ ਸੰਤਨ ਕੋ ਸੁਨ ਕਰ ਜੋਆ। ਔਰ ਉਹਨਾਂ ਦਾ ਜਿਹੜਾ ਮਤ ਸੀ ਗੁਰੂ ਰਾਮਦਾਸ ਜੀ ਦਾ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਉਹ ਬੜੇ ਸੰਤ ਬਿਰਤੀ ਵਾਲੇ ਸੀ, ਉਹ ਸੰਤ ਸੁਭਾਅ ਦੇ ਮਾਲਕ ਸਨ। ਸ਼੍ਰੀ ਗੁਰ ਹਰਿ ਗੋਬਿੰਦ ਤਿਨ ਨੰਦਾ। ਫਿਰ ਅੱਗੇ ਉਹਨਾਂ ਦੇ ਸਪੁੱਤਰ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਭਇਓ ਪ੍ਰਥਮ ਸੋ ਵੀਰ ਬਿਲੰਦਾ। ਉਹ ਇਹਨਾਂ ਦੀ ਕੁੱਲ ਵਿੱਚ ਪਹਿਲਾਂ ਵੱਡੇ ਵੀਰ ਯੋਧੇ ਹੋਏ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਸਪੁੱਤਰ, ਸ਼ਸਤਰਧਾਰੀ। ਉਹਨਾਂ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਗਾਤਰੇ ਧਾਰਨ ਕੀਤੀਆਂ। ਉਹ ਇਹਨਾਂ ਦੇ ਦਾਦਾ ਜੀ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਉਹ ਬੜੇ ਬਲੀ ਗੁਰੂ ਹੋਏ ਨੇ। ਹਜ਼ਰਤ ਸ਼ਾਹਜਹਾਂ ਕੇ ਸੰਗ। ਹਿੰਦੁਸਤਾਨ ਦੇ ਬਾਦਸ਼ਾਹ ਹਜ਼ਰਤ ਸ਼ਾਹਜਹਾਨ ਦੇ ਨਾਲ ਹਾਤੇ ਉਮਰਾਵ ਕਰੇ ਵੱਡ ਜੰਗ। ਉਹਨਾਂ ਨੇ ਜੰਗ ਲੜੇ ਨੇ ਔਰ ਵੱਡੇ ਵੱਡੇ ਉਮਰਾਵ
ਕਾਬਲ ਬੇਗ ਵਰਗੇ, ਲੱਲਾ ਬੇਗ ਵਰਗੇ, ਕੰਬਰ ਬੇਗ ਵਰਗੇ ਬੜੇ ਬੜੇ ਜਰਨੈਲ, ਸੂਬਾ ਅਬਦੁਲ ਸਮੁੰਦ ਖਾਂ ਵਰਗੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਮਾਰੇ ਹਨ। ਤਿਸ ਕੋ ਪੁੱਤਰ ਬਿਲੰਦ ਬਹਾਦਰ। ਇਹ ਅੱਗੋਂ ਉਹਨਾਂ ਦੇ ਪੋਤਰੇ ਨੇ। ਜਿਹੋ ਜਿਹੇ ਇਹਨਾਂ ਦੇ ਦਾਦਾ ਜੀ ਸੂਰਮੇ ਸਨ, ਉਸੇ ਤਰ੍ਹਾਂ ਇਹ ਵੀ ਉਹਨਾਂ ਵਾਂਗੂ ਸੂਰਮੇ, ਬਹਾਦਰ ਤੇ ਯੋਧੇ ਨੇ। ਇਹ ਵੀ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਬਹਾਦਰ ਹਨ। ਪਿਤਾ ਸੰਤ ਸ਼੍ਰੀ ਤੇਗ ਬਹਾਦਰ। ਪਰ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹ ਬੜੇ ਸੰਤ ਬਿਰਤੀ ਵਾਲੇ ਸੀ। ਉਹ ਕਿਸੇ ਨਾਲ ਲੜਾਈ ਪੜਾਈ ਨਹੀਂ ਸਨ ਕਰਦੇ, ਬੜੇ ਸ਼ਾਂਤ ਸੁਭਾਅ ਦੇ ਨਾਲ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ। ਤਿਨੋ ਜਿਮੀ ਤੈ ਮੋਲ ਸੋਲੀਨੀ। ਉਹਨਾਂ ਨੇ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਸਾਡੇ ਕੋਲੋਂ ਮੁੱਲ ਖਰੀਦੀ ਸੀ। ਆਨੰਦਪੁਰਾ ਬਸਾਵਨ ਕੀਨੀ। ਔਰ ਸ੍ਰੀ ਆਨੰਦਪੁਰ ਸਾਹਿਬ ਨਗਰ ਉਹਨਾਂ ਨੇ ਵਸਾਇਆ। ਉਹਨਾਂ ਨੇ ਆਪ ਇਸ ਨਗਰ ਦੀ ਮੋਹੜੀ ਗੱਡੀ ਹੈ। ਇਹ ਸਭ ਭੇਵ ਆਪਸੋਂ ਕਹਿਓ। ਇਹ ਸਾਰਾ ਭੇਦ ਜਿਹੜਾ ਗੁਰੂ ਘਰ ਦਾ ਹੈ, ਐ ਸੂਬੇਦਾਰ, ਅਸੀਂ ਤੈਨੂੰ ਕਹਿ ਦਿੱਤਾ, ਸੁਣਾ ਦਿੱਤਾ ਹੈ। ਕਰੋ ਕਾਜ ਜੈਸੇ ਚਿਤ ਚਾਹਿਓ। ਹੁਣ ਜਿਵੇਂ ਤੁਸੀਂ ਆਪਣੇ ਚਿੱਤ 'ਚ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਕੰਮ ਕਰੋ। ਭੀਮ ਚੰਦ ਤੇ ਸੁਨਿਓ ਬਿਰਤਾਂਤ। ਸੂਬੇਦਾਰ ਦਿੱਲੀ ਨੇ ਜਦੋਂ ਰਾਜੇ ਭੀਮ ਚੰਦ ਦੇ ਕੋਲੋਂ ਇਹ ਸਾਰਾ ਬਿਰਤਾਂਤ ਸੁਣਿਆ, ਜਾਣਿਓ ਸੂਬੇ ਤਬ ਭਲੀ ਭਾਂਤ। ਸੂਬੇਦਾਰ ਨੇ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਸਾਰਾ ਕੁਝ ਜਾਣ ਲਿਆ। ਕਹਿਓ ਨਿਰਪਤ ਲੈ ਕਰ ਦਲ ਜਾਵੋ। ਕਹਿਣ ਲੱਗਾ, ਹੇ ਰਾਜਿਓ, ਮੈਂ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਤੁਹਾਡੇ ਨਾਲ ਵੱਡੀ ਗਿਣਤੀ ਵਿੱਚ ਦਲ ਭੇਜਾਂਗਾ, ਫੌਜ ਭੇਜਾਂਗਾ। ਉਹ ਫੌਜ ਤੁਸੀਂ ਆਪਣੇ ਨਾਲ ਲੈ ਕੇ ਜਾਓ। ਚੌਂਦਿਸ਼ ਕੇਰੋ ਜੰਗ ਮਚਾਵੋ। ਔਰ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਗੁਰੂ ਜੀ ਦੇ ਸਮੇਤ ਘੇਰਾਬੰਦੀ ਕਰਕੇ ਘੇਰਾ ਪਾ ਲਓ। ਔਰ ਘੇਰਾ ਪਾ ਕੇ ਇੱਕ ਚੰਗਾ ਵੱਡਾ ਘਮਾਸਾਨ ਜੰਗ ਕਰੋ। ਦੋਨੋਂ ਸੂਬੇ ਹੋਏ ਤੁਮ ਸਾਥ। ਤੁਸੀਂ ਦੋ ਸੂਬੇਦਾਰ ਅਸੀਂ ਤੁਹਾਡੇ ਨਾਲ ਟੋਰਾਂਗੇ। ਸੂਬਾ ਸਰਹੰਦ ਤੇ ਸੂਬਾ ਲਾਹੌਰ, ਉਹ ਵੀ ਤੁਹਾਡੇ ਨਾਲ ਜਾਣਗੇ। ਲੱਖੋਂ ਸੈਨ ਤੁਫੰਗੇ ਹਾਥ। ਲੱਖਾਂ ਦੀ ਗਿਣਤੀ 'ਚ ਸੈਨਾ ਜਾਵੇਗੀ, ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਹੋਣਗੀਆਂ, ਅਨੇਕ ਪ੍ਰਕਾਰ ਦੇ ਸ਼ਸਤਰ ਹੋਣਗੇ। ਇਮ ਕੈ ਪੱਤਰ ਲਿਖੇ ਤਤਕਾਲੇ। ਇਦਾਂ ਕਹਿ ਕੇ ਸੂਬੇਦਾਰ ਦਿੱਲੀ ਨੇ ਉਸੇ ਵੇਲੇ ਚਿੱਠੀਆਂ ਲਿਖੀਆਂ। ਸੂਬੇ ਸਰਹੰਦ ਨੂੰ, ਸੂਬੇ ਲਾਹੌਰ ਨੂੰ ਵੀ ਚਿੱਠੀ ਲਿਖੀ। ਔਰ ਸਰਹੰਦ ਲਵਪੁਰ ਕੋ ਚਾਲੇ। ਔਰ ਇਹਦੀਆਂ ਚਿੱਠੀਆਂ ਲੈ ਕੇ ਜਿਹੜੇ ਕਾਸਦ ਸਨ, ਹਲਕਾਰੇ ਸਨ, ਉਹ ਚਿੱਠੀਆਂ ਲੈ ਕੇ ਸੂਬੇ ਸਰਹੰਦ ਤੇ ਲਾਹੌਰ ਵੱਲ ਰਵਾਨਾ ਹੋਏ। ਸਗਰੀ ਚਮੂ ਲਿਓ ਨਿਜ ਸੰਗ। ਚਿੱਠੀਆਂ 'ਚ ਲਿਖ ਕੇ ਭੇਜਿਆ ਸੂਬੇਦਾਰ ਦਿੱਲੀ ਨੇ ਕਿ ਤੁਸੀਂ ਸਾਰੀ ਫੌਜ ਆਪਣੇ ਨਾਲ ਇਕੱਠੀ ਕਰਕੇ ਲੈ ਲਵੋ। ਕਰੋ ਆਨੰਦਪੁਰ ਗੁਰ ਸੋ ਜੰਗ। ਔਰ ਸ੍ਰੀ ਆਨੰਦਪੁਰ ਸਾਹਿਬ ਆ ਕੇ ਗੁਰੂ ਜੀ ਦੇ ਨਾਲ ਜੰਗ ਕਰੋ, ਯੁੱਧ ਕਰੋ ਤੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਓ। ਮਿਲੇ ਤਾਂ ਮੇਲ ਲਿਓ ਸਨਮਾਨੋ। ਜੇਕਰ ਗੁਰੂ ਜੀ ਤੁਹਾਡੇ ਨਾਲ ਮਿਲਦੇ ਨੇ, ਤੀਨ ਮੰਨਦੇ ਨੇ, ਤਾਂ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲੋ। ਪਹਿਲਾਂ ਸਿੱਧਾ ਜੰਗ ਨਹੀਂ ਲੜਨਾ। ਪਹਿਲਾਂ ਜਾ ਕੇ ਗੁਰੂ ਜੀ ਨੂੰ ਕਹੋ ਕਿ ਉਹ ਤੁਹਾਡੇ ਨਾਲ ਮੁਲਾਕਾਤ ਕਰ ਲੈਣ, ਸੰਧੀ ਕਰ ਲੈਣ। ਮਿਲਣਾ ਚਾਹਣ ਤਾਂ ਉਹਨਾਂ ਨੂੰ ਸਨਮਾਨ ਦੇ ਨਾਲ ਮਿਲਾ ਲਓ। ਹਜ਼ਰਤ ਕੇ ਸਮੀਪ ਗੁਰਿਆਨੋ। ਔਰ ਉਹਨਾਂ ਨੂੰ ਸਤਕਾਰ ਨਾਲ ਲੈ ਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਪੇਸ਼ ਕਰੋ। ਔਰੰਗਜ਼ੇਬ ਬਾਦਸ਼ਾਹ ਕੋਲ ਲਿਆ ਕੇ ਉਹਨਾਂ ਨੂੰ ਹਾਜ਼ਰ ਕਰੋ। ਨਹੀਂ ਤਾਂ ਗਿਰ ਪਤਨ ਸਾਥ ਲਿਓ ਸਾਰੇ। ਤੇ ਜੇ ਉਹ ਨਹੀਂ ਆਉਂਦੇ ਤੁਹਾਡੇ ਨਾਲ, ਤਾਂ ਫਿਰ ਇਹਨਾਂ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਲੜੇ ਅਰੇ ਰਣ ਮੈਂ ਲਿਓ ਮਾਰੇ। ਫਿਰ ਜੇ ਤੁਹਾਡੇ ਨਾਲ ਉਹ ਲੜਨ ਜਾਂ ਅੜਨ, ਤਾਂ ਫਿਰ ਰਣ ਭੂਮੀ ਵਿੱਚ ਉਹਨਾਂ ਨੂੰ ਮਾਰ ਮੁਕਾਓ। ਜੈ ਜੈ ਤਾਵਨ ਕਰੇ ਪਠਾਵਨ। ਏਦਾਂ ਇਹਨਾਂ ਨੇ ਆਪੋ ਆਪਣੇ ਹਲਕਾਰੇ ਹਰ ਜਗ੍ਹਾ ਤੇ ਭੇਜ ਦਿੱਤੇ।
ਫੌਜ ਇਕੱਠੀ ਕਰਨ ਵਾਸਤੇ ਸੂਬੇਦਾਰਾਂ ਨੂੰ ਚਿੱਠੀਆਂ ਭੇਜ ਦਿੱਤੀਆਂ। ਚੜੋ ਨ ਬਿਲਮੋ ਆਪਣੇ ਥਾਵਨ, ਆਖਿਆ ਚੜ੍ਹਾਈ ਕਰੋ, ਦੇਰੀ ਨਾ ਲਾਓ, ਆਪੋ ਆਪਣੀਆਂ ਥਾਵਾਂ ਤੋਂ ਕੂਚ ਕਰੋ। ਇਤਿਆਦਿਕ ਸੁਨ ਕਰ ਹਰ ਖਾਇਓ। ਏਦਾਂ ਇਹ ਪਹਾੜੀ ਰਾਜੇ ਬੜੇ ਖੁਸ਼ ਹੋਏ ਕਿ ਸੂਬੇਦਾਰ ਨੇ ਸਾਡੀ ਮਨ ਭਾਉਂਦੀ ਕਰ ਦਿੱਤੀ ਹੈ। ਇਹ ਬੜੇ ਖੁਸ਼ ਹੋਏ। ਭੀਮ ਚੰਦ ਹੋਏ ਤਿਆਰ ਅਲਾਇਓ। ਰਾਜਾ ਭੀਮ ਚੰਦ ਤਿਆਰ ਹੋਇਆ ਵਾਪਸ ਆਉਣ ਵਾਸਤੇ, ਤੇ ਆਉਣ ਤੋਂ ਪਹਿਲਾਂ ਕਹਿਣ ਲੱਗਾ, ਨਿਤ ਪ੍ਰਤ ਸੁਧ ਸੁਨ ਕਰ ਸਹਿਸਾਏ। ਕਹਿਣ ਲੱਗਾ, ਸੂਬੇਦਾਰ ਜੀ ਨਿਤਾ ਪ੍ਰਤੀ ਸਾਡੀ ਸੁਧ ਸਾਰ ਲੈਂਦੇ ਰਹੋ ਛੇਤੀ ਨਾਲ, ਕਰਤ ਰਹੋ ਸਭ ਰੀਤ ਸਹਾਏ। ਔਰ ਜਦੋਂ ਕਿਤੇ ਲੋੜ ਪਵੇ ਤੇ ਸਾਡੀ ਸਹਾਇਤਾ ਕਰਦੇ ਰਹੋ। ਇਹ ਨਾ ਹੋਵੇ ਕਿ ਇੱਕ ਵਾਰੀ ਭੇਜ ਦਿਓ, ਮੁੜ ਕੇ ਸਾਡੀ ਖਬਰ ਹੀ ਨਾ ਲਵੋ। ਹਰ ਰੋਜ਼ ਸਾਡੀ ਛੇਤੀ ਨਾਲ ਖਬਰਸਾਰ ਲੈਂਦੇ ਰਹੋ। ਜਦੋਂ ਕਿਤੇ ਸਾਨੂੰ ਲੋੜ ਪਵੇ ਮਦਦ ਦੀ, ਉਸੇ ਵੇਲੇ ਸਾਨੂੰ ਮਦਦ ਭੇਜ ਦੇਣਾ। ਕਰ ਸਲਾਮ ਕਿ ਗਿਆਏ ਕਨੇਰਾ। ਏਦਾਂ ਰਾਜਿਆਂ ਨੇ ਸਲਾਮ ਕੀਤੀ ਸੂਬੇਦਾਰ ਨੂੰ, ਔਰ ਘਗਿਆ ਕੇ ਹੱਥ ਜੋੜ ਕੇ ਸਿਰਾਂ ਤੋਂ ਪੱਗਾਂ ਲਾ ਕੇ ਨਮਸਕਾਰਾਂ ਕਰਦੇ ਹਨ। ਸੂਬੇ ਤੇ ਰੁਖਸਦ ਤੈ ਬੇਰਾ। ਔਰ ਸੂਬੇਦਾਰ ਦਿੱਲੀ ਦੇ ਕੋਲੋਂ ਬੜੀ ਛੇਤੀ ਨਾਲੇ ਰੁਖਸਦ ਹੋਏ ਨੇ, ਚੱਲੇ ਹਨ। ਮੱਜਲ ਬੜੀ ਕਰ ਤੂਰਨ ਤਾਇਓ। ਦਿੱਲੀੋਂ ਬੜੀ ਵੱਡੀ ਮੱਜਲ ਤੈਅ ਕਰਦਿਆਂ ਕਾਹਲੀ ਨਾਲ ਚੱਲ ਕੇ ਆਏ। ਦੇਸ਼ ਕਲੂਰ ਆਪਣੇ ਆਇਓ। ਔਰ ਕਹਿਲੂਰ ਰਿਆਸ, ਜਿੱਥੇ ਰਾਜਾ ਭੀਮ ਚੰਦ ਕਪਟੀ ਰਾਜ ਕਰਦਾ ਸੀ, ਆਪਣੀ ਰਿਆਸਤ ਦੇ ਵਿੱਚ ਪਹੁੰਚਿਆ ਹੈ ਮਲੇਛ। ਜੈ ਕੈ ਸੈਲਪਤੀ ਸਮੁਦਾਏ। ਔਰ ਉਧਰ ਸਾਰੇ ਪਹਾੜੀ ਰਾਜਿਆਂ ਨੂੰ ਸੁਨੇਹੇ ਭੇਜ ਦਿੱਤੇ ਨੇ। ਸਾਰੇ ਰਾਜਿਆਂ ਨੂੰ ਆਪਣੇ ਨਾਲ ਜੋੜਨ ਵਾਸਤੇ ਤਿਆਰੀ ਕੀਤੀ ਹੈ। ਲਿਖੇ ਪੱਤਰ ਪ੍ਰਧਾਨ ਪਠਾਏ। ਔਰ ਚਿੱਠੀਆਂ ਲਿਖ ਕੇ ਭੇਜੀਆਂ ਨੇ ਸਾਰੇ ਰਾਜਿਆਂ ਨੂੰ। ਆਪਣੇ ਪ੍ਰਧਾਨ ਵਜ਼ੀਰ ਭੇਜੇ ਨੇ ਚਿੱਠੀਆਂ ਦੇ ਕੇ। ਦਿੱਲੀ ਕੋ ਪ੍ਰਸੰਗ ਸਭ ਕਹਿਓ। ਔਰ ਦਿੱਲੀ ਵਿੱਚ ਕੀ ਗੱਲਬਾਤ ਹੋਈ ਹੈ, ਔਰੰਗਜ਼ੇਬ ਬਾਦਸ਼ਾਹ ਨਾਲ ਕਿਵੇਂ ਮੁਲਾਕਾਤ ਹੋਈ ਹੈ, ਉਹ ਸਾਰੀਆਂ ਗੱਲਾਂ ਇਹਨੇ ਲਿਖ ਕੇ ਪਹਾੜੀ ਰਾਜਿਆਂ ਨੂੰ ਭੇਜੀਆਂ ਹਨ। ਲਘੂ ਦੀਰਘ ਸਭ ਇਨ ਮੰਨ ਲਇਓ। ਛੋਟੇ ਵੱਡੇ ਜਿੰਨੇ ਵੀ ਰਾਜੇ ਸਨ, ਸਾਰਿਆਂ ਨੇ ਇਹਨਾਂ ਦੀ ਕਹੀ ਹੋਈ ਗੱਲ ਮੰਨ ਲਈ। ਭਏ ਤਿਆਰ ਨਿਜ ਨਿਜ ਦਲ ਜੋਰੇ। ਔਰ ਤਿਆਰ ਹੋਏ ਆਪੋ ਆਪਣਾ ਦਲ ਇਕੱਠਾ ਕਰਕੇ। ਜਿਸ ਜਿਸ ਮੈਂ ਜੇਤਕ ਧਰ ਜੋਰੇ। ਜਿਸ ਦੇ ਘਰ ਵਿੱਚ ਜਿੰਨਾ ਕੁ ਧਨ ਸੀ, ਰਾਜਿਆਂ ਦੇ ਕੋਲ ਜਿੰਨਾ ਕੁ ਆਪਣਾ ਜਮਾ ਖਜ਼ਾਨਾ ਪੂੰਜੀ ਸੀ, ਇੰਦਰ ਪ੍ਰਸਤ ਮੈਂ ਸੰਗਤ ਜੋਈ। ਉਹ ਉਹਨਾਂ ਨੇ ਆਪੋ ਆਪਣਾ ਰਾਜ ਸਾਜ ਇਕੱਠਾ ਕੀਤਾ ਹੈ। ਜੰਗ ਦਾ ਨਹੀਂ ਪਤਾ ਕਿੰਨਾ ਸਮਾਂ ਚੱਲੇ, ਉਸ ਹਿਸਾਬ ਦੇ ਨਾਲ ਇਹਨਾਂ ਨੇ ਤਿਆਰੀਆਂ ਕੀਤੀਆਂ ਨੇ। ਉਧਰ ਇੰਦਰਪ੍ਰਸਤ, ਕਿਉਂਕਿ ਦਿੱਲੀ ਨੂੰ ਇੰਦਰਪ੍ਰਸਤ ਕਿਹਾ ਜਾਂਦਾ ਪੁਰਾਣਾ ਨਾਂ। ਦਿੱਲੀ ਦੇ ਵਿੱਚ ਜਿਹੜੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਰਹਿੰਦੀਆਂ ਹਨ, ਸੁਨ ਪਰ ਸੰਗ ਸਭ ਲਸ਼ਕਰ ਢੋਈ। ਜਦੋਂ ਸੰਗਤ ਨੂੰ ਪਤਾ ਲੱਗਾ ਕਿ ਰਾਜੇ ਭੀਮ ਚੰਦ ਹੋਣਾ ਨੇ ਆ ਕੇ ਇੱਥੇ ਪੁਕਾਰ ਕੀਤੀ ਹੈ, ਔਰ ਦਿੱਲੀ ਤੋਂ ਇੱਕ ਬੜਾ ਵੱਡਾ ਲਸ਼ਕਰ ਤਿਆਰ ਹੋ ਰਿਹਾ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ ਜਾਣ ਲਈ, ਮਿਲ ਕਰ ਦੁਰ ਲਿਖ ਕਰ ਅਰਦਾਸ। ਉਸੇ ਵੇਲੇ ਦਿੱਲੀ ਦੀ ਸੰਗਤ ਨੇ ਇੱਕ ਚਿੱਠੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੂੰ ਖਬਰ ਦੇਣ ਵਾਸਤੇ ਲਿਖ ਕੇ ਭੇਜੀ ਹੈ। ਸੁਧ ਇਤ ਪਟੀ ਗੁਰੂ ਕੇ ਪਾਸ। ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸੰਗਤ ਨੇ ਸਤਿਗੁਰਾਂ ਨੂੰ ਸੁਧ ਦੇਣ ਲਈ ਉਹ ਚਿੱਠੀ ਭੇਜੀ ਹੈ। ਹੇ ਪ੍ਰਭ ਤੁਮ ਸਮਰੱਥ ਸਭ ਭਾਂਤੀ। ਚਿੱਠੀ ਵਿੱਚ ਲਿਖ ਕੇ ਭੇਜਿਆ ਦਿੱਲੀ ਦੀ ਸੰਗਤ ਨੇ, ਹੇ ਪ੍ਰਭੂ ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਹੋ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਰਬ ਕਲਾ ਸਮਰੱਥ ਦੇਵ ਹੋ। ਸਬਨ ਹਿਰਦੇ ਕੀ ਜਾਨੋ ਬਾਤੀ। ਸਭ ਦੇ ਹਿਰਦਿਆਂ ਦੀਆਂ, ਸਭ ਦੇ ਦਿਲਾਂ ਦੀਆਂ ਤੁਸੀਂ ਜਾਣਨ ਵਾਲੇ ਜਾਣੀ ਜਾਣ ਹੋ। ਮਹਾਰਾਜ ਤੁਹਾਡੇ ਕੋਲੋਂ ਕੁਝ ਵੀ ਲੁਕਿਆ ਤੇ ਛਿਪਿਆ ਨਹੀਂ ਹੋਇਆ। ਵਹਿਰ ਬਿਰਤੰਤ ਕਿਉਂ ਨਾ ਤੁਮ ਜਾਨੋ। ਤੇ ਜੇ ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ, ਤੇ ਜੇ ਬਾਹਰ ਕੁਝ ਹੋਵੇ ਤੇ ਉਹ ਤੁਸੀਂ ਭਲਾ ਕਿਉਂ ਨਾ ਜਾਣੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਤੁਸੀਂ ਤਾਂ ਹਿਰਦਿਆਂ ਦੀਆਂ ਬੁੱਝ ਲੈਂਦੇ ਹੋ, ਤੇ ਜੇ ਬਾਹਰ ਕੋਈ ਕਰਦਾ ਹੋਵੇ ਫਿਰ ਕਿਉਂ ਨਾ ਪਤਾ ਲੱਗੇ। ਯਾਨੀ ਕਿ ਦਿੱਲੀ ਵਿੱਚ ਜੋ ਕੁਝ ਹੋਇਆ ਹੈ, ਇੱਥੇ ਜੋ ਗੱਲਾਂ ਹੋਈਆਂ ਨੇ, ਔਰੰਗੇ ਕੋਲ ਜੋ ਵਾਰਤਾ ਹੋਈ ਹੈ, ਹੇ ਜਾਣੀ ਜਾਣ ਸੁਆਮੀ ਜੀ, ਤੁਸੀਂ ਸਭ ਕੁਝ ਜਾਣਦੇ ਹੋ। ਘਟ ਘਟ ਕੇ ਮਾਲਿਕ ਪਹਿਚਾਨੋ, ਤੁਸੀਂ ਹਰ ਘਟ ਦੇ ਮਾਲਕ ਹੋ, ਹਰ ਘਟ ਦੇ ਸੁਆਮੀ ਹੋ। ਤੁਮ ਸੇਵਾ ਅਰ ਆਪਨ ਭਲੇ ਹਿਤ। ਪਰ ਮਹਾਰਾਜ ਫਿਰ ਵੀ ਸਾਡੀ ਜ਼ਿੰਮੇਵਾਰੀ ਜੋ ਬਣਦੀ ਹੈ, ਕਿਉਂਕਿ ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੀ ਸੇਵਾ ਵਾਸਤੇ ਔਰ ਆਪਣੇ ਭਲੇ ਲਈ ਪਾਤੀ ਲਿਖੀ ਸੁਨੀ ਜਿਮ ਪੀਤ। ਮਹਾਰਾਜ ਅਸੀਂ ਚਿੱਠੀ ਲਿਖ ਕੇ ਭੇਜ ਰਹੇ ਹਾਂ ਤੁਹਾਡੀ ਸੇਵਾ ਕਰਨੇ ਲਈ ਔਰ ਆਪਣੇ ਭਲੇ ਲਈ। ਤੁਸੀਂ ਜਾਣਦੇ ਹੋ ਸਭ ਕੁਝ, ਪਰ ਫਿਰ ਵੀ ਅਸੀਂ ਆਪਣੇ ਭਲੇ ਵਾਸਤੇ ਚਿੱਠੀ ਲਿਖ ਕੇ ਤੁਹਾਡੇ ਤਾਈਂ ਭੇਜ ਰਹੇ ਹਾਂ। ਜਿਵੇਂ ਇੱਥੇ ਬੀਤੀ ਹੈ, ਜਿਵੇਂ ਇੱਥੇ ਹੋਇਆ ਹੈ। ਰਾਜਨ ਤੁਮ ਪਰ ਕਰੀ ਪੁਕਾਰਾ। ਮਹਾਰਾਜ ਪੱਥਰ ਦਿਲ ਰਾਜੇ, ਪੱਥਰਾਂ ਨੂੰ ਪੂਜ ਕੇ ਜਿਨ੍ਹਾਂ ਦੀ ਮੱਤ ਪੱਥਰ ਹੋ ਚੁੱਕੀ ਹੈ, ਉਹ ਪਹਾੜੀਏ ਇਕੱਠੇ ਹੋ ਕੇ ਸਤਿਗੁਰੂ ਜੀ ਇੱਥੇ ਪੁਕਾਰ ਕਰਨ ਵਾਸਤੇ ਆਏ ਸਨ। ਹਮ ਪਰ ਗੁਰੂ ਬਲੀ ਪਰ ਪਾਰਾ। ਦਿੱਲੀ ਆ ਕੇ ਪੱਗਾਂ ਲਾ ਕੇ ਰੋਏ ਨੇ ਸੂਬੇਦਾਰ ਦੇ ਕੋਲ। ਕਹਿੰਦੇ ਜੀ ਗੁਰੂ ਜੀ ਸਾਡੇ ਤੇ ਬੜੇ ਬਲਵਾਨ ਨੇ, ਉਹ ਸਾਡੇ ਤੇ ਬੜੇ ਬਲੀ ਹੋ ਰਹੇ ਨੇ। ਦੱਖਣ ਦਿਸ਼ ਔਰੰਗ ਜੋ ਲਿਖਿਓ। ਔਰ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਵੀ ਜਾ ਕੇ ਮਿਲ ਕੇ ਆਏ ਨੇ, ਤੇ ਔਰੰਗਜ਼ੇਬ ਨੇ ਵੀ ਚਿੱਠੀ ਲਿਖ ਕੇ ਦਿੱਲੀ ਦੇ ਸੂਬੇਦਾਰ ਨੂੰ ਭੇਜੀ ਹੈ। ਤਿੰਨ ਬਿਰਤਾਂਤ ਪਟ ਕਰ ਸਭ ਲਖਿਓ। ਮਹਾਰਾਜ ਉਹਨਾਂ ਦਾ ਉਹ ਸਾਰਾ ਬਿਰਤਾਂਤ ਜੋ ਰੰਗੇ ਨੇ ਲਿਖ ਕੇ ਭੇਜਿਆ, ਦਿੱਲੀ ਦੇ ਸੂਬੇਦਾਰ ਨੇ ਪੜ੍ਹ ਕੇ ਜਾਣਿਆ। ਦੋਏ ਸੂਬੇ ਪਰ ਹੁਕਮ ਪਠਾਇਓ। ਮਹਾਰਾਜ ਦੋ ਸੂਬੇਦਾਰਾਂ ਦੇ ਉੱਤੇ ਦਿੱਲੀ ਦੇ ਸੂਬੇਦਾਰ ਨੇ ਹੁਕਮਨਾਮੇ ਜਾਰੀ ਕੀਤੇ ਨੇ। ਇੱਕ ਸੂਬਾ ਲਾਹੌਰ ਤੇ ਦੂਸਰਾ ਸੂਬਾ ਸਰਹੰਦ ਹੈ। ਸੋ ਚੱਲ ਕਰ ਦਿੱਲੀ ਪੁਰ ਆਇਓ। ਔਰ ਉਹ ਚੱਲ ਕੇ ਦਿੱਲੀ ਨਗਰ ਦੇ ਵਿੱਚ ਆਇਆ ਹੈ। ਇਨ ਸੂਬੇ ਲਖ ਹਜ਼ਰਤ ਆਸ਼ੇ। ਬਾਦਸ਼ਾਹ ਦਾ ਹੁਕਮਨਾਮਾ ਜਦੋਂ ਦਿੱਲੀ ਚੱਲ ਕੇ ਆਇਆ, ਤੇ ਸੂਬੇਦਾਰ ਦਿੱਲੀ ਨੇ ਬਾਦਸ਼ਾਹ ਦਾ ਆਸ਼ਾ ਜਾਣਿਆ। ਦੋਨੋਂ ਪਰਸੋ ਹੁਕਮ ਪ੍ਰਕਾਸ਼ੇ। ਉਹਨੇ ਬਾਦਸ਼ਾਹ ਦੇ ਕਹਿਣ ਮੁਤਾਬਕ ਅੱਗੇ ਨਾ ਦੋਨਾਂ ਸੂਬੇਦਾਰਾਂ ਦੇ ਉੱਤੇ ਆਪਣਾ ਹੁਕਮ ਭੇਜਿਆ। ਲਵਪੁਰ ਅਰ ਸਰਹੰਦ ਵੱਡ ਲਸ਼ਕਰ। ਲਾਹੌਰ ਦੇ ਸੂਬੇਦਾਰ ਨੂੰ ਆਪਣੀ ਵੱਡੀ ਫੌਜ ਇਕੱਠੀ ਕਰਨ ਨੂੰ ਕਿਹਾ, ਔਰ ਸੂਬੇਦਾਰ ਸਰਹੰਦ ਨੂੰ ਵੀ ਆਪਣਾ ਇੱਕ ਵੱਡਾ ਲਸ਼ਕਰ ਇਕੱਠਾ ਕਰਨ ਨੂੰ ਕਿਹਾ ਹੈ। ਲਰਬੇ ਹੇਤ ਆਏ ਹੈ ਤੁਮ ਪਰ। ਮਹਾਰਾਜ ਪਹਾੜੀ ਰਾਜਿਆਂ ਦੇ ਨਾਲ ਇਹ ਦੋਵੇਂ ਸੂਬੇਦਾਰ ਵੀ ਤੁਹਾਡੇ ਨਾਲ ਲੜਨ ਵਾਸਤੇ ਆਉਣਗੇ। ਰਣ ਕੇ ਚੁਦਤ ਤੁਰਕ ਗਾਨੇ ਆਵੇ। ਔਰ ਇੱਥੋਂ ਦਿੱਲੀ ਤੋਂ ਵੀ ਬੇਅੰਤ ਫੌਜ ਚੜ ਕੇ ਆਵੇਗੀ ਆਪ ਜੀ ਕੋਲ। ਜੰਗ ਦੇ ਮੈਦਾਨ ਦੇ ਵਿੱਚ ਜੰਗ ਦੀ ਭੁੱਖ ਰੱਖ ਕੇ ਤੁਹਾਡੇ ਕੋਲ ਆਉਣਗੇ। ਇਹ ਲੜਨ ਦੀ ਭੁੱਖ ਰੱਖ ਕੇ ਤੁਹਾਡੇ ਕੋਲ ਆਉਣਗੇ। ਭੁੱਖੇ ਨੇ ਜੰਗ ਦੇ ਮਹਾਰਾਜ, ਇਹ ਜੰਗ ਦੀ ਭੁੱਖ ਲੈ ਕੇ ਆਉਣਗੇ। ਹਿਆ ਗੱਜ ਸਾਥ ਚੌਂਪ ਤੇ ਤਾਵੇ। ਇਹ ਹਾਥੀਆਂ ਤੇ ਘੋੜਿਆਂ ਤੇ ਸਵਾਰ ਹੋ ਕੇ ਬੜੇ ਚਾਅ ਨਾਲ ਆਉਣਗੇ ਜੰਗ ਦੇ ਮੈਦਾਨ ਵਿੱਚ ਤੁਹਾਡੇ ਨਾਲ ਲੜਨ ਵਾਸਤੇ। ਇਹਨਾਂ ਅੰਦਰ ਜੰਗ ਦੀ ਭੁੱਖ ਹੈ, ਜੰਗ ਦੀ ਭੁੱਖ ਲੈ ਕੇ ਆਉਣ ਲੱਗੇ ਨੇ ਬੜੇ ਚਾਅ ਨਾਲ, ਹਾਥੀਆਂ ਘੋੜਿਆਂ ਤੇ ਸਵਾਰ ਹੋ ਕੇ। ਮੇਜਮਾਨੀ ਬੋ ਇਨਕੇ ਹੇਤ। ਮਹਾਰਾਜ ਜੀ ਵੇਖਿਓ ਕਿਤੇ ਇਹਨਾਂ ਦੀ ਭੁੱਖ ਰਹਿ ਨਾ ਜਾਏ, ਇਹਨਾਂ ਨੂੰ ਚੰਗੀ ਤਰ੍ਹਾਂ ਰਜਾਇਓ, ਚੰਗੀ ਤਰ੍ਹਾਂ ਮੇਜ਼ਮਾਨੀ ਕਰਿਓ ਇਹਨਾਂ ਦੀ। ਮੇਜ਼ਮਾਨੀ ਦਾ ਮਤਲਬ ਪ੍ਰਾਹੁਣਾਚਾਰੀ। ਜੰਗ ਦੀ ਭੁੱਖ ਰੱਖ ਕੇ ਆਉਣ ਲੱਗੇ ਨੇ ਸਾਰੇ ਤੁਰਕ ਨਾਲ ਪਹਾੜੀ ਰਾਜੇ। ਤੇ ਮਹਾਰਾਜ ਇਹਨਾਂ ਭੁੱਖਿਆਂ ਨੂੰ, ਕਿਉਂਕਿ ਗੁਰੂ ਨਾਨਕ ਦਾ ਘਰ ਭੁੱਖਿਆਂ ਨੂੰ ਰੋਟੀ ਖਵਾਉਂਦਾ, ਤੇ ਜੇ ਕੋਈ ਰੋਟੀ ਦੀ ਭੁੱਖ ਲੈ ਕੇ ਆਵੇ ਉਹਨੂੰ ਰੋਟੀ ਮਿਲਦੀ ਹੈ, ਤੇ ਜੇ ਮਹਾਰਾਜ ਜੀ ਜੰਗ ਦੀ ਭੁੱਖ ਲੈ ਕੇ ਆਉਣ ਤੇ ਫਿਰ ਉਹ ਵੀ ਇਹਨਾਂ ਦੀ ਇੱਛਾ ਪੂਰੀ ਹੋਣੀ ਚਾਹੀਦੀ ਹੈ। ਐਨ ਪੂਰੀ ਪ੍ਰਾਹੁਣਾਚਾਰੀ ਹੋਵੇ ਮਹਾਰਾਜ, ਇਹਨਾਂ ਦੀ ਕਸਰ ਨਾ ਰਹਿ ਜੇ ਕਿਸੇ ਤਰ੍ਹਾਂ ਦੀ, ਐਨ ਰੱਜ ਜਾਣ ਜੰਗ ਦੇ ਮੈਦਾਨ ਦੇ ਵਿੱਚ। ਤੇ ਮੇਜ਼ਬਾਨੀ ਵਿੱਚ ਕੀ ਕੀ ਛਕਾਉਣਾ ਹੈ ਉਹ ਵੀ ਦੱਸਦੀ ਹੈ ਦਿੱਲੀ ਦੀ ਸੰਗਤ। ਮਹਾਰਾਜ ਕੀ ਕੀ ਛਕਾਉਣਾ ਇਹਨਾਂ ਨੂੰ ਉਹ ਵੀ ਦੱਸਦੇ ਨੇ। ਕਰੀਏ ਤਿਆਰੀ ਬਨੋ ਸੁਚੇਤ। ਮਹਾਰਾਜ ਤਿਆਰੀ ਕਰ ਛੱਡੋ, ਲਾਂਗਰੀ ਰੱਖੋ ਤਿਆਰ ਆਪਣੇ।
ਜਿਹੜਾ ਉਹ ਸਾਰਾ ਰਾਗ ਸਾਜ ਤਿਆਰ ਕਰਕੇ ਰੱਖਣ ਇਹਨਾਂ ਨੂੰ ਆਉਂਦਿਆਂ ਨੂੰ ਛਕਾਉਣ ਲਈ। ਸਿਪਰ ਪਾਤਰਾਂ ਆਗੇ ਕਰ ਕਰ। ਮਹਾਰਾਜ ਜਦੋਂ ਆਉਣ ਤੇ ਇਹਨਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਪੱਤਲਾਂ ਰੱਖਣੀਆਂ ਨੇ। ਇਹਨਾਂ ਦੇ ਪੱਤਲਾਂ 'ਚ ਹੀ ਵਰਤਾਇਆ ਜਾਂਦਾ ਨਾ, ਜਾਂ ਥਾਲੀਆਂ ਕਹਿ ਲਈਏ, ਥਾਲੀਆਂ ਵੰਡਣੀਆਂ ਇਹਨਾਂ ਦੇ ਅੱਗੇ ਪਹਿਲਾਂ। ਉਹ ਥਾਲੀਆਂ ਕਿਹੜੀਆਂ ਨੇ? ਢਾਲਾਂ ਦੀਆਂ। ਸਿਪਰ ਕਹਿੰਦੇ ਨੇ ਢਾਲਾਂ ਨੂੰ। ਢਾਲਾਂ ਦੀਆਂ ਥਾਲਾਂ ਇਹਨਾਂ ਦੇ ਅੱਗੇ ਪਹਿਲਾਂ ਪਰੋਸਣੀਆਂ ਹਨ। ਕੜਛੇ ਪੁੰਜ ਖੜਗ ਕਰ ਤਰ ਤਰ। ਤੇ ਫਿਰ ਜਦੋਂ ਥਾਲ ਅੱਗੇ ਰੱਖ ਦਿਓ ਤੇ ਫਿਰ ਕੜਛੇ ਚਾਹੀਦੇ ਨੇ ਵਰਤਾਨ ਲਈ। ਤੇ ਕੜਛੇ ਸਿੰਘਾਂ ਦੇ ਹੱਥਾਂ ਦੀਆਂ ਫੜੀਆਂ ਜਿਹੜੀਆਂ ਤਲਵਾਰਾਂ ਨੇ, ਖੰਡੇ ਨੇ, ਉਹ ਮਹਾਰਾਜ ਜੀ ਏਦਾਂ ਜਾਣੀਏ ਕਿ ਉਹ ਕੜਛੇ ਨੇ ਜਿਨ੍ਹਾਂ ਨਾਲ ਭਰ ਭਰ ਕੇ ਇਹਨਾਂ ਨੂੰ ਵਰਤਾਉਣੇ ਨੇ ਗੱਫੇ। ਉਹ ਕੜਛੇ ਹਨ ਆਪ ਜੀ ਦੇ ਸਿੰਘਾਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ। ਗੁਲਕਾਂ ਸ਼ੱਕਰ ਪਾਰੇ ਬ੍ਰਿੰਦ। ਮਹਾਰਾਜ ਸ਼ੱਕਰ ਪਾਰੇ ਵੀ ਛਕਾਇਓ ਇਹਨਾਂ ਨੂੰ ਚੰਗੀ ਤਰ੍ਹਾਂ। ਉਹ ਕਿਹੜੇ ਨੇ? ਬੰਦੂਕਾਂ ਵਿੱਚੋਂ ਜਾਣ ਵਾਲੀਆਂ ਜਿਹੜੀਆਂ ਗੋਲੀਆਂ ਵੱਜਣੀਆਂ ਇਹਨਾਂ ਦੀਆਂ ਹਿੱਕਾਂ ਵਿੱਚ ਤੜਾ ਤੜ ਕਰਕੇ, ਉਹ ਗੋਲੀਆਂ ਇਹਨਾਂ ਲਈ ਸ਼ੱਕਰ ਪਾਰਿਆਂ ਦੇ ਸਮਾਨ ਹੋਣ। ਕਰੇ ਪਰੋਸਨ ਸ਼ੁਭਤ ਬਿਲੰਦ। ਮਹਾਰਾਜ ਜੀ ਵੇਖਿਓ ਕਿਤੇ ਕਮੀ ਨਾ ਰਹਿ ਜੇ ਸ਼ੱਕਰ ਪਾਰੇ ਚੁਕਾਉਂਦਾ। ਚੰਗੀ ਤਰ੍ਹਾਂ ਪਰੋਸਣਾ। ਪਰੋਸਣ ਵਾਲੇ ਜਿੰਨੇ ਸਿੰਘ ਨੇ ਉਹਨਾਂ ਨੂੰ ਆਪ ਜੀ ਨੇ ਤਿਆਰ ਕਰਕੇ ਰੱਖਣਾ। ਚੱਕਰ ਜਲੇਬ ਸੁਹਾਰੀ ਖਪਰੇ। ਮਹਾਰਾਜ ਜਿਹੜੇ ਸਿੰਘਾਂ ਦੇ ਹੱਥਾਂ ਵਿੱਚ ਚੱਕਰ ਨੇ, ਚੱਕਰ ਵੀ ਸ਼ਸਤਰ ਹੁੰਦਾ ਹੈ। ਆ ਜਿਹੜੇ ਮਹਾਰਾਜ ਜੀ ਦੇ ਅੱਗੇ ਸੁਭਾਏਮਾਨ ਕੀਤੇ ਜਾਂਦੇ ਆ ਚੱਕਰ, ਇਹ ਕੇਵਲ ਦਰਸ਼ਨ ਹੀ ਨਹੀਂ ਹੁੰਦੇ, ਇਹ ਆਲੇ ਦੁਆਲਿਓਂ ਤਿੱਖੇ ਕੀਤੇ ਹੋਣ ਤੇ ਹਾਥੀ ਨੂੰ ਵੀ ਪਾੜ ਕੇ ਪਾਰ ਨਿਕਲ ਜਾਂਦੇ ਆ ਚਲਾਣ ਵੇਲੇ। ਤੋ ਮਹਾਰਾਜ ਜੀ ਨੂੰ ਸਿੰਘ ਸੰਗਤ ਬੇਨਤੀ ਕਰਦਿਆਂ ਕਹਿ ਰਹੀ ਹੈ, ਮਹਾਰਾਜ ਜਿਹੜੇ ਚੱਕਰ ਨੇ ਉਹ ਜਲੇਬੀਆਂ ਕੱਢ ਕੇ ਦਿਓ ਇਹਨਾਂ ਨੂੰ ਚੰਗੀ ਤਰ੍ਹਾਂ। ਉਹ ਜਲੇਬਾਂ ਦਾ ਕੰਮ ਕਰਨ ਇਹਨਾਂ ਤੁਰਕਾਂ ਵਾਸਤੇ। ਤੇ ਫਿਰ ਜਿੱਥੇ ਸੁਹਾਰੀ ਖੱਪਰ, ਮਹਾਰਾਜ ਸ਼ਾਦੀ ਪੂੜੀਆਂ ਹੁੰਦੀਆਂ ਨੇ ਨਾ ਬਣਾਈਆਂ ਹੋਈਆਂ, ਆਪ ਜੀ ਦੇ ਜਿਹੜੇ ਖੱਪਰੇ ਤੀਰ ਨੇ ਉਹ ਇਹਨਾਂ ਮਲੇਛਾਂ ਵਾਸਤੇ ਸ਼ਾਦੀ ਪੂਰੀ ਦਾ ਕੰਮ ਕਰਨ। ਬੂੰਦੀ ਅਣੀ ਤੀਰ ਗਨ ਅਪਰੇ। ਬਾਕੀ ਅਣੀਆਂ ਵਾਲੇ ਜਿੰਨੇ ਤੀਰ ਨੇ ਉਹ ਬੂੰਦੀ ਬਣ ਕੇ ਵਰਤਣ ਇਹਨਾਂ ਦੇ ਵਿੱਚ। ਜਿਵੇਂ ਬੂੰਦੀ ਵਰਤਾਈ ਜਾਂਦੀ ਹੈ, ਮਹਾਰਾਜ ਉਹ ਬੂੰਦੀ ਬਣ ਕੇ ਇਹਨਾਂ ਦੇ ਵਿੱਚ ਵਰਤਣ। ਤੋਪ ਜੰਬੂਰ ਜੰਜੈਲਨ ਗੋਰੇ। ਔਰ ਗੁਰੂ ਘਰ ਵਿੱਚ ਜਿਹੜੀਆਂ ਤੋਪਾਂ ਨੇ, ਜੰਬੂਰ ਨੇ, ਵੱਡੀਆਂ ਜੰਜੈਲਾਂ ਹਨ, ਮੋਦਕ ਦਿਓ ਚੈਤ ਨੈ ਥੋਰੇ। ਉਹਨਾਂ ਵਿੱਚ ਪਾ ਕੇ ਜਿਹੜੇ ਗੋਲੇ ਛੱਡਣੇ ਇਹਨਾਂ ਵੱਲ, ਉਹ ਮਹਾਰਾਜ ਜੀ ਮੋਤੀ ਚੂਰ ਦੇ ਲੱਡੂਆਂ ਵਾਂਗੂ ਜਾਣ ਇਹਨਾਂ ਵੱਲ। ਉਹ ਲੱਡੂ ਵਰਤਾਣੇ ਆ ਇਹਨਾਂ ਦੇ ਕੋਲ ਜਿਹੜੇ ਤੋਪਾਂ ਚੋਂ ਨਿਕਲਦੇ ਗੋਲੇ ਹਨ। ਪ੍ਰੋਸਨਹਾਰ ਵੀਰ ਗਨ ਤੀਰ। ਮਹਾਰਾਜ ਜੀ ਇਹ ਜਿੰਨਾ ਵਰਤਾਰਾ ਹੈ, ਜਿੰਨਾ ਇਹ ਮਠਿਆਈਆਂ ਨੇ ਉੱਪਰ ਦਸੀਆਂ ਪਕਵਾਨ, ਇਹਨਾਂ ਨੂੰ ਵੰਡਣ ਵਾਸਤੇ ਤੁਹਾਡੇ ਵੀਰ ਯੋਧੇ ਤਿਆਰ ਰਹਿਣ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਆਲਮ ਸਿੰਘ, ਵੀਰ ਸਿੰਘ, ਧੀਰ ਸਿੰਘ ਵਰਗੇ ਯੋਧੇ ਮਹਾਰਾਜ ਜੀ ਉਹ ਵਰਤਾਵੇ ਬਣ ਕੇ ਤਿਆਰ ਰਹਿਣ। ਉਹਨਾਂ ਨੇ ਆ ਸਾਰੇ ਪਕਵਾਨ ਇਹਨਾਂ ਮਲੇਛਾਂ ਨੂੰ ਵਰਤਾਉਣੇ ਹਨ। ਕਰੋ ਇਕੱਤਰ ਪ੍ਰਭੂ ਇਨ ਪੀਰੂ। ਤੇ ਮਹਾਰਾਜ ਵਰਤਾਵਿਆਂ 'ਚ ਕਮੀ ਨਾ ਆਵੇ। ਵਰਤਾਵੇ ਇਕੱਠੇ ਕਰ ਲੋ ਜਿਹੜੇ ਵਰਤਾਉਣ ਵਾਲੇ ਨੇ, ਕਿਉਂਕਿ ਵਰਤਾਰੇ ਜ਼ਿਆਦਾ ਚਾਹੀਦੇ ਨੇ, ਯਾਨੀ ਕਿ ਫੌਜ ਚਾਹੀਦੀ ਹੈ। ਮਹਾਰਾਜ ਫੌਜ ਇਕੱਠੀ ਕਰ ਲਓ, ਵਰਤਾਰੇ ਇਕੱਠੇ ਕਰ ਲੋ, ਜਿਹੜੇ ਇਹਨਾਂ ਆਉਂਦਿਆਂ ਹੋਇਆਂ ਮਲੇਛਾਂ ਨੂੰ ਆਹ ਚੀਜ਼ਾਂ ਵਰਤਾਉਣ ਜਿਹੜੀਆਂ ਉੱਪਰ ਦਸੀਆਂ ਹਨ। ਇਮ ਲਿਖ ਤਾਵਨ ਹਾਥ ਪਟਾਈ। ਇਹ ਤਾਂ ਚਿੱਠੀ ਲਿਖ ਕੇ ਦਿੱਲੀ ਦੀ ਸੰਗਤ ਨੇ ਬੜੀ ਛੇਤੀ ਨਾਲ ਇੱਕ ਸੇਵਾਦਾਰ ਦੂਤ ਨੂੰ ਭੇਜਿਆ ਹੈ। ਦੂਰ ਨਹੀਂ ਆਨੰਦਪੁਰ ਆਈ। ਉਹ ਦੂਤ ਬੜੀ ਛੇਤੀ ਨਾਲ ਕਾਹਲੀ ਨਾਲ ਦਿੱਲੀੋਂ ਚੱਲ ਕੇ ਬਸ ਕੁਝ ਸਮੇਂ ਵਿੱਚ ਹੀ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ, ਰਸਤੇ 'ਚ ਨਹੀਂ ਰੁਕਿਆ। ਦਿੱਲੀ ਸੰਗਤ ਬੰਦਤ ਸਭੇ। ਔਰ ਆ ਕੇ ਦਿੱਲੀ ਦੀ ਸੰਗਤ ਵੱਲੋਂ ਪਹਿਲਾਂ ਮਹਾਰਾਜ ਜੀ ਨੂੰ ਮੱਥਾ ਟੇਕਿਆ। ਦਰਬਾਰ 'ਚ ਪਹੁੰਚਦਿਆਂ ਦੂਰੋਂ ਹੀ ਕਹਿੰਦਾ, ਪ੍ਰਣਾਮ ਗੁਰਦੇਵ, ਨਮਸਕਾਰ। ਦਿੱਲੀ ਦੀ ਸੰਗਤ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਵੰਦਨਾ। ਸਮੂਹ ਦਿੱਲੀ ਦੀ ਸੰਗਤ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਨਮਾਮ ਹੈ। ਦਿੱਲੀ ਕੇ ਦਿਲ ਵਾਲੀ तेरी आज्ञा में चलत है महाराज,
ਆਪ ਜੀ ਦੇ ਚਰਨਾਂ ਵਿੱਚ ਪ੍ਰਣਾਮ। ਇਮ ਕੈ ਅਗਰ ਤਰੀ ਗੁਰ ਤਬੇ। ਔਰ ਜਿਹੜੀ ਚਿੱਠੀ ਭੇਜੀ ਸੀ ਦਿੱਲੀ ਦੀ ਸੰਗਤ ਨੇ, ਉਹ ਚਿੱਠੀ ਮਹਾਰਾਜ ਜੀ ਦੇ ਸਨਮੁਖ ਰੱਖੀ ਹੈ ਸੇਵਾਦਾਰ ਨੇ। ਕਰ ਮੈਲੇ ਉਠਾਏ ਕਰ ਬਾਚੀ। ਮਹਾਰਾਜ ਜੀ ਨੇ ਚਿੱਠੀ ਲਈ ਹੈ ਔਰ ਆਪ ਪੜ੍ਹੀ ਹੈ ਚਿੱਠੀ ਕਲਗੀਧਰ ਸੁਆਮੀ ਜੀ ਨੇ। ਗਈ ਸੁਨਾਏ ਸਬਨ ਕੋ ਸਾਚੀ। ਔਰ ਉਹ ਚਿੱਠੀ ਸਾਰੀ ਸੰਗਤ ਨੂੰ, ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨੇ ਸੁਣਾਈ ਹੈ। ਗੁਰ ਸੰਗਤ ਕੋ ਧਨ ਬਖਾਨਾ। ਔਰ ਗੁਰਦੇਵ ਨੇ ਜਦੋਂ ਚਿੱਠੀ ਵਿੱਚ ਸੰਗਤ ਦੀ ਵੀਰਤਾ ਭਰੀ ਗਾਥਾ ਸੁਣੀ ਨਾ, ਜਦੋਂ ਉਹਨਾਂ ਨੇ ਵੀਰਤਾ ਨਾਲ ਲਿਖ ਕੇ ਭੇਜਿਆ ਸੀ, ਮਹਾਰਾਜ ਗੋਲੀਆਂ ਦੇ ਸ਼ੱਕਰਪਾਰੇ, ਚੱਕਰਾਂ ਦੀਆਂ ਜਲੇਬੀਆਂ ਤੇ ਤਲਵਾਰਾਂ ਦੇ ਕੜਛਿਆਂ ਨਾਲ ਵਰਤਾਉਣੇ ਆ ਇਹ ਵਰਤਾਰੇ, ਪੜ੍ਹ ਕੇ ਮਹਾਰਾਜ ਜੀ ਬੜੇ ਖੁਸ਼ ਹੋਏ। ਆਖਿਆ ਉਹੀ ਸੰਗਤ ਸੀ ਦਿੱਲੀ ਦੀ, ਜਦੋਂ 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਤੇ ਘਰਾਂ 'ਚ ਲੁਕ ਗਏ ਵੀ ਕਿਤੇ ਸਾਨੂੰ ਪਛਾਣ ਕੇ ਫੜ ਨਾ ਲੈਣ ਤੁਰਕ। ਤੇ ਅੱਜ ਇਹ ਵੀਰ ਰਸ ਦੇ ਨਾਲ ਭਰੇ ਹੋਏ ਗਰਜ ਰਹੇ ਨੇ। ਕੱਲੀ ਚਿੱਠੀ ਨਹੀਂ ਭੇਜੀ, ਦਿੱਲੀ ਤੋਂ ਸਿੰਘ ਵੀ ਆਏ ਹੋਣਗੇ ਮਹਾਰਾਜ ਜੀ ਦੇ ਪਾਸ। ਮਹਾਰਾਜ ਜੀ ਕਹਿੰਦੇ ਧੰਨ ਹੈ ਗੁਰੂ ਕੀ ਸੰਗਤ, ਧੰਨ ਹੈ ਗੁਰੂ ਕੀ ਸੰਗਤ। ਇਹ ਕਲਗੀਧਰ ਪਾਤਸ਼ਾਹ ਨੇ ਆਪਣੇ ਮੁਖੋਂ ਬਚਨ ਕਹੇ। ਸੁਨੋ ਖਾਲਸਾ ਕਾਜ ਮਾਨਾ। ਮਹਾਰਾਜ ਜੀ ਨੇ ਆਖਿਆ ਖਾਲਸਾ ਜੀ ਹੁਣ ਬੜਾ ਵੱਡਾ ਕਾਰਜ ਆਣ ਪਿਆ। ਹੁਣ ਤਾਈਂ ਜਿੰਨੇ ਜੰਗ ਹੋਏ ਨੇ ਉਹ ਆਪ ਜੀ ਨੇ ਜਿੱਤੇ ਨੇ, ਪਰ ਹੁਣ ਆ ਜਿਹੜਾ ਜੰਗ ਹੋਣਾ ਇਹ ਤਾਂ ਬਸ ਹੁਣ ਅਖੀਰਲਾ ਹੀ ਜੰਗ ਕਹਿ ਲਈਏ, ਬੜਾ ਵੱਡਾ ਜੰਗ ਹੋਣਾ। ਖਾਲਸਾ ਜੀ ਹੁਣ ਇਹ ਬੜਾ ਵੱਡਾ ਕਾਰਜ ਆਣ ਪਿਆ। ਆਨੰਦਪੁਰ ਸਾਹਿਬ ਦੀਆਂ ਸਾਰੀਆਂ ਜੰਗਾਂ ਵਿੱਚੋਂ ਇਹ ਸਭ ਤੋਂ ਵੱਡਾ ਜੰਗ ਹੋਵੇਗਾ। ਹੋਏ ਹੈ ਅਬ ਕਮੰਡ ਬਲਵੰਡਾ। ਹੁਣ ਬੜਾ ਭਿਆਨਕ ਕਮੰਡ, ਘਮਾਸਾਨ, ਬਲਵੰਡਾ ਕਹੀਏ, ਘਮਾਸਾਨ ਬਲੀ ਬਲ ਦੇ ਨਾਲ ਘਮਾਸਾਨ ਜੰਗ ਹੋਵੇਗਾ। ਸੰਗਰ ਕਰੋ ਬਿਲੰਦ ਪ੍ਰਚੰਡਾ। ਔਰ ਸੂਰਮਿਓ ਹੁਣ ਜਿੰਨੀਆਂ ਰੀਝਾਂ ਲਾਉਣੀਆਂ ਨੇ ਲੜਨ ਦੀਆਂ ਲਾ ਲਿਓ, ਲੜ ਕੇ ਮੈਦਾਨ ਵਿੱਚ। ਰੱਜਣਾ ਨਹੀਂ ਹੈ ਤੁਸੀਂ ਲੜਦਿਆਂ ਲੜਦਿਆਂ ਜੰਗ ਦੇ ਮੈਦਾਨ ਵਿੱਚ, ਇੰਨੀ ਲੜਾਈ ਹੋਣੀ ਹੈ। ਇਸ ਕੇ ਸਮ ਕੁਛ ਨਾ ਇਹਨੇ ਆਚੀ। ਇਸ ਦੇ ਸਮਾਨ ਕੋਈ ਚੰਗੀ ਬਾਤ ਵੀ ਨਹੀਂ। ਜੰਗ ਦੇ ਮੈਦਾਨ ਵਿੱਚ ਸੂਰਮੇ ਲਈ ਲੜ ਮਰਨਾ, ਇਹਦੇ ਤੋਂ ਵੱਡੀ ਚੰਗੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਸੂਰਮੇ ਵਾਸਤੇ ਕੋਈ ਨਹੀਂ ਹੋ ਸਕਦੀ। ਇਹ ਸਭ ਤੋਂ ਸ੍ਰੇਸ਼ਟ ਬਾਤ ਹੈ ਇੱਕ ਸੂਰਮੇ ਲਈ, ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਲੜ ਕੇ ਮਰ ਜਾਣਾ ਜਾਂ ਮਾਰ ਦੇਣਾ। ਲੋਕ ਪਰਲੋਕ ਸੁਖਦ ਵੱਡ ਬਾਚੀ। ਯੋਧਿਓ ਜਿਹੜੇ ਜੰਗ ਦੇ ਮੈਦਾਨ ਵਿੱਚ ਲੜਦੇ ਨੇ, ਜੂਝਦੇ ਨੇ, ਉਹ ਆਪਣਾ ਲੋਕ ਤੇ ਪਰਲੋਕ ਦੋਵੇਂ ਸਵਾਰ ਲੈਂਦੇ ਨੇ। ਉਹਨਾਂ ਦੇ ਦੋਵੇਂ ਜਹਾਨ ਸੁਰਖਰੂ ਹੋ ਜਾਂਦੇ ਨੇ, ਉਹਨਾਂ ਦਾ ਲੋਕ ਪਰਲੋਕ ਦੋਵੇਂ ਸਬਰ ਜਾਂਦੇ ਨੇ। ਦੀਨ ਮਜਬ ਕੋ ਯੁੱਧ ਬਿਸਾਲਾ। ਇਹ ਬੜਾ ਭਿਆਨਕ ਯੁੱਧ ਹੈ, ਦੀਨ ਤੇ ਮਜਬ ਦਾ ਯੁੱਧ ਹੋਵੇਗਾ। ਉਧਰੋਂ ਆਪਣੇ ਦੀਨ ਲਈ ਲੜਨਗੇ, ਪਰ ਖਾਲਸਾ ਜੀ ਤੁਸੀਂ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ ਹੈ। ਪ੍ਰਾਪਤ ਵੱਡ ਭਾਗੀ ਇਸ ਕਾਲਾ। ਧਰਮ ਯੁੱਧ ਅੱਜ ਦੇ ਸਮੇਂ ਵਿੱਚ ਆਪਣੇ ਸਵੈ ਧਰਮ ਦੀ ਰਾਖੀ ਲਈ ਲੜਨਾ ਤੇ ਧਰਮ ਬਚਾਉਣਾ, ਇਹ ਕਿਸੇ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ। ਧਰਮ ਯੁੱਧ ਵਿੱਚ ਲੜਨਾ ਕਿਸੇ ਵਡਭਾਗੀ ਦੇ ਹਿੱਸੇ ਆਉਂਦਾ। ਨਿਰਭੈ ਜੰਗ ਮੈਂ ਖੜਗ ਪ੍ਰਹਾਰੋ। ਨਿਰਭੈ ਹੋ ਕੇ ਜੰਗ ਦੇ ਮੈਦਾਨ 'ਚ ਆਪਣੀਆਂ ਤਲਵਾਰਾਂ ਵਾਹੁਣੀਆਂ ਨੇ ਖਾਲਸੇ ਨੇ। ਸਨਮੁਖ ਥੇਰੋ ਸ਼ਤਰੂ ਗਨ ਮਾਰੋ। ਸਨਮੁਖ ਥਿਰ ਕੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਨੂੰ ਮਾਰਨਾ ਹੈ। ਮਹਾ ਸੁਜਸ ਕੋ ਪ੍ਰਾਪਤ ਹੋਵੋ। ਤੁਹਾਨੂੰ ਮਹਾ ਵੱਡਾ ਭਾਰੀ ਸੁਜਸ ਤੇ ਸੋਭਾ ਪ੍ਰਾਪਤ ਹੋਵੇਗੀ। ਲੇਨ ਪਰਮ ਪਦ ਕੋ ਮਗ ਜੋਵੋ। ਔਰ ਇਹ ਪਰਮ ਪਦਵੀ ਦਾ ਰਾਹ ਹੈ ਖਾਲਸਾ ਜੀ। ਇਸ ਰਾਹ ਤੇ ਚੱਲ ਕੇ ਤੁਹਾਨੂੰ ਪਰਮ ਪਦਵੀ ਪ੍ਰਾਪਤ ਹੋਣੀ ਹੈ। ਕਿਹੜੀ ਪਰਮ ਪਦਵੀ, ਉਹ ਅਗਲੇ ਪੰਕਤੀਆਂ 'ਚ ਦੱਸਦੇ ਨੇ। ਸੰਮਤ ਕਨੇ ਤਪੈ ਤਪ ਪਾਰੇ। ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਪਰਮ ਪਦਵੀ ਮਿਲਦੀ ਆ। ਕਿਹੜੀ ਪਰਮ ਪਦਵੀ? ਜਿਸ ਨੂੰ ਪ੍ਰਾਪਤ ਕਰਨ ਲਈ ਸੈਂਕੜੇ ਸਾਲਾਂ ਤੱਕ ਤਪਸਵੀ ਤਪ ਕਰਦੇ ਨੇ। ਸੈਂਕੜੇ ਸਾਲਾਂ ਤੱਕ ਤਪਸਵੀ ਬਨਾਂ ਵਿੱਚ ਬੈਠੇ ਕੰਦ ਮੂਲ ਖਾ ਕੇ ਤਪ ਦੀ ਸਾਧਨਾ ਕਰਦੇ ਹਨ ਔਰ ਆਪਣਾ ਸਰੀਰ ਤਪਾਉਂਦੇ ਨੇ। ਬਰਖਾ ਸੀਤ ਔਰ ਉਸ਼ਨ ਸਹਾਰੇ। ਔਰ ਆਪਣੇ ਸਰੀਰ ਤੇ ਮੀਂਹ, ਆਪਣੇ ਸਰੀਰ ਤੇ ਸਰਦੀ,
ਗਰਮੀ ਨੂੰ ਸਹਾਰਦੇ ਹਨ। ਸੰਕਟ ਅਨੇਕ ਭਾਂਤ ਕੇ ਚਾਲੇ, ਅਨੇਕ ਪ੍ਰਕਾਰ ਦੇ ਸੰਕਟਾਂ ਨੂੰ ਉਹ ਤਪਸਵੀ ਝੱਲਦੇ ਹਨ। ਸਭ ਜਗ ਸੁਖ ਤੇ ਬਨੇ ਨਿਰਾਲੇ, ਸਾਰੇ ਸੰਸਾਰ ਦੇ ਸੁੱਖਾਂ ਤੋਂ ਨਿਰਾਲੇ ਤਿਆਗੀ ਹੋ ਕੇ ਬਨਵਾਸੀ ਹੁੰਦੇ ਨੇ। ਤਿਨ ਕੋ ਪੀ ਦੁਰਲਭ ਪਦ ਜੋਏ, ਜਿਹੜੀ ਪਦਵੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ, ਉਹਨਾਂ ਲਈ ਵੀ ਦੁਰਲਭ ਹੈ। ਉਹਨਾਂ ਨੂੰ ਵੀ ਉਹ ਪਦਵੀ ਹਾਸਲ ਨਹੀਂ ਹੁੰਦੀ ਇੰਨੀ ਸਾਧਨਾ ਕਰਕੇ। ਕਰੇ ਜਤਨ ਜੋਗੀ ਚੈ ਸੋਏ, ਇਸ ਪਦਵੀ ਨੂੰ ਪ੍ਰਾਪਤ ਕਰਨ ਲਈ ਯੋਗੀ ਚਾਹੁੰਦੇ ਨੇ, ਯੋਗ ਸਾਧਨਾ ਕਰਦੇ ਨੇ। ਰਣ ਮੈਂ ਮ੍ਰਿਤਿਉ ਹੋਏ ਸੋ ਪਾਵੋ, ਐ ਗੁਰੂ ਕੇ ਖਾਲਸਾ ਜੀ, ਜਿਹੜੀ ਪਦਵੀ ਯੋਗੀਆਂ ਨੂੰ ਦੁਰਲਭ ਹੈ, ਜਿਹੜੀ ਪਦਵੀ ਵੱਡੇ ਵੱਡੇ ਸਿੱਧਾਂ ਨੂੰ ਦੁਰਲਭ ਹੈ, ਜਿਹੜੀ ਪਦਵੀ ਵੱਡੇ ਵੱਡੇ ਤਪਸਵੀਆਂ ਨੂੰ ਤਪ ਦੀ ਘਾਲਣਾ ਕਰਕੇ ਵੀ ਪ੍ਰਾਪਤ ਨਹੀਂ ਹੁੰਦੀ, ਜੰਗ ਦੇ ਮੈਦਾਨ ਵਿੱਚ ਲੜ ਕੇ ਸੂਰਮ ਗਤੀ ਨੂੰ, ਵੀਰ ਗਤੀ ਨੂੰ ਪ੍ਰਾਪਤ ਹੋਏ ਸ਼ਹੀਦ ਨੂੰ ਇੱਕ ਅੱਖ ਦੇ ਫੌਰ 'ਚ ਪ੍ਰਾਪਤ ਹੋ ਜਾਂਦੀ ਹੈ। ਹਾਂਜੀ, ਏਕ ਪਲਕ ਮੈਂ ਤਹਾਂ ਸਿਧਾਵੋ, ਜਿੱਥੇ ਉਹਨਾਂ ਕੋਲ ਨਹੀਂ ਪਹੁੰਚਿਆ ਜਾਂਦਾ, ਏਡੀ ਵੱਡੀ ਸਾਧਨਾ ਕਰਨ ਦੇ ਬਾਵਜੂਦ ਰਣ ਭੂਮੀ 'ਚ ਅਗਰ ਕੋਈ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲੈਂਦਾ, ਮਹਾਰਾਜ ਜੀ ਕਹਿੰਦੇ ਇੱਕ ਅੱਖ ਦੇ ਫੋਰ ਵਿੱਚ ਉੱਥੇ ਪਹੁੰਚ ਜਾਂਦਾ। ਇੱਕ ਅੱਖ ਦੇ ਪਲਕ ਮਾਤਰ ਦੇ ਸਮੇਂ ਵਿੱਚ, ਫੋਰ ਵਿੱਚ ਉਸ ਪਰਮ ਪਦਵੀ ਤੇ ਜਾ ਪਹੁੰਚਦਾ। ਜੋ ਅਬ ਲੜੇ ਮਰੇ ਸਹਿਕਾਮੀ, ਮਹਾਰਾਜ ਜੀ ਕਹਿੰਦੇ ਜਿਹੜੇ ਜੰਗ ਦੇ ਮੈਦਾਨ 'ਚ ਹੁਣ ਸਹਿਕਾਮੀ ਹੋ ਕੇ ਕਾਮਨਾ ਰੱਖ ਕੇ ਲੜਨਗੇ ਜਾਂ ਮਰਨਗੇ, ਸ਼ਹੀਦ ਹੋਣਗੇ, ਸੋ ਤੂਰਨ ਹੋਏ ਸੁਰਪੁਰ ਗਾਮੀ, ਉਹਨਾਂ ਨੂੰ ਸੁਰਪੁਰ ਵਿੱਚ ਵਾਸਾ ਪ੍ਰਾਪਤ ਹੋਵੇਗਾ ਤੂਰਨ ਉਸੇ ਵਕਤ। ਤੈਂ ਕੇ ਸੁਖ ਭੋਗੇ ਚਿਤ ਚਾਹੇ, ਸੁਰਪੁਰੀ ਦੇ ਉਹਨਾਂ ਨੂੰ ਮਨ ਭਾਉਂਦੇ ਸੁਖ ਪ੍ਰਾਪਤ ਹੋਣਗੇ। ਜਿੰਨਾ ਚਿਰ ਉਹ ਚਾਹਣ ਉਹਨਾਂ ਚਿਰ ਉਹਨਾਂ ਨੂੰ ਸੁਖ ਮਿਲਣਗੇ। ਆਦੇ ਅਪਸਰਾਂ ਜੇਤਕ ਆਏ, ਅਨੇਕ ਪ੍ਰਕਾਰ ਦੇ ਸੁਖ ਜਿਹੜੇ ਹੁੰਦੇ ਆ ਦੇਵਪੁਰੀ ਦੇ ਉਹ ਮਾਣਨਗੇ। ਉਨਵਨੀ ਪਰ ਹੋਏ ਹੈ ਰਾਜੇ, ਫਿਰ ਜਦੋਂ ਉਹਨਾਂ ਦਾ ਮਨ ਕਰੇ ਵੀ ਬਹੁਤ ਹੋ ਗਿਆ, ਫਿਰ ਉਹਨਾਂ ਨੂੰ ਮਨੁੱਖੀ ਸਰੀਰ ਮਿਲੇਗਾ, ਗੁਰਸਿੱਖਾਂ ਦੇ ਘਰ ਹੀ ਜਨਮ ਮਿਲੇਗਾ, ਔਰ ਇਸ ਮਾਤ ਲੋਕ ਦੀ ਧਰਤੀ ਤੇ ਆ ਕੇ ਰਾਜੇ ਬਣਨਗੇ, ਉਹ ਰਾਜ ਪ੍ਰਾਪਤ ਕਰਨਗੇ। ਸਭ ਸੁਖ ਭੋਗੇ ਵਦੇ ਸਮਾਜੇ, ਔਰ ਰਾਜ ਭਾਗ ਦੇ ਸਾਰੇ ਸੁਖ ਭੋਗਣਗੇ, ਉਹਨਾਂ ਦਾ ਰਾਜ ਸਮਾਜ ਵਧੇਗਾ। ਮੇਰੀ ਸਿੱਖੀ ਬੌਰ ਕਮਾਏ, ਮਿਲੇ ਆਨ ਮੁਝ ਆਨੰਦ ਪਾਏ। ਔਰ ਜਿਹੜੇ ਰਾਜੇ ਰਾਜ ਭਾਗ ਨੂੰ ਕਰਦੇ ਆ, ਮੇਰੀ ਸਿੱਖੀ ਨੂੰ ਧਾਰਨ ਕਰਕੇ ਸਿੱਖੀ ਵਿੱਚ ਪ੍ਰਪੱਕ ਹੋਣਗੇ, ਮੇਰੀ ਸਿੱਖੀ ਨੂੰ ਕਮਾਉਣਗੇ, ਮਹਾਰਾਜ ਜੀ ਕਹਿੰਦੇ ਅੰਤ ਨੂੰ ਉਹ ਰਾਜੇ ਮੇਰੇ ਵਿੱਚ ਅਭੇਦ ਹੋ ਕੇ ਮੇਰਾ ਹੀ ਸਰੂਪ ਹੋ ਜਾਣਗੇ। ਇਹ ਸੀ ਸਹਿਕਾਮੀ ਯੋਧਿਆਂ ਦੀ ਭਾਵਨਾ। ਸਹਿਕਾਮੀ ਜਿਹੜੇ ਕਾਮਨਾ ਰੱਖ ਕੇ ਲੜਨਗੇ, ਸ਼ਹੀਦ ਹੋ ਕੇ ਦੇਵਪੁਰੀ ਦਾ ਸੁਖ ਮਾਣਨਗੇ, ਜਿੰਨਾ ਚਿਰ ਚਾਹਣ ਮੁੜ ਰਾਜੇ ਬਣ ਕੇ ਜੰਮਣਗੇ, ਔਰ ਗੁਰੂ ਕੀ ਸਿੱਖੀ ਨੂੰ ਕਮਾ ਕੇ ਗੁਰੂ ਚ ਭੇਦ ਹੋਣਗੇ। ਇਹ ਤਾਂ ਸੀ ਸਹਿਕਾਮੀ। ਪਰ ਗੁਰੂ ਘਰ ਵਿੱਚ ਲੜਨ ਵਾਲੇ ਨਿਸ਼ਕਾਮ ਸੂਰਮੇ ਵੀ ਬੜੇ ਸਨ, ਜਿਨ੍ਹਾਂ ਨੂੰ ਕੋਈ ਕਾਮਨਾ ਹੀ ਨਹੀਂ ਸੀ, ਜਿਹੜੇ ਮਿਲ ਜਾਣਾ ਚਾਹੁੰਦੇ ਸਨ ਮਹਾਰਾਜ ਜੀ ਦੇ ਚਰਨਾਂ ਵਿੱਚ, ਇੱਕਮਿਕ ਹੋ ਜਾਣਾ ਚਾਹੁੰਦੇ ਸਨ। ਉਹਨਾਂ ਬਾਰੇ ਵੀ ਦੱਸਦੇ ਹਨ, ਜੋ ਨਿਸ਼ਕਾਮੀ ਜੰਗ ਮਜਾਰਾ, ਜਿਹੜੇ ਨਿਸ਼ਕਾਮ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਦੇ ਹਨ, ਮਾਰੇ ਮਾਰੇ ਗਹਿ ਹਥਿਆਰਾ, ਮਾਰਦੇ ਨੇ ਮਰਦੇ ਨੇ ਸ਼ਸਤਰ ਧਾਰਨ ਕਰਕੇ। ਉਹ ਮਮ ਸੰਗ ਸਦਾ ਹੀ ਰਹੇ, ਮਹਾਰਾਜ ਜੀ ਕਹਿੰਦੇ ਉਹ ਫਿਰ ਸਦਾ ਮੇਰੇ ਨਾਲ ਹੀ ਰਹਿੰਦੇ ਆ, ਮੇਰੇ ਵਿੱਚ ਹੀ ਮਿਲੇ ਰਹਿੰਦੇ ਆ। ਇੱਕ ਮੇਰੇ ਵਿੱਚ ਹੀ ਮਿਲ ਜਾਂਦੇ ਨੇ, ਇੱਕ ਨਾ ਦੀ ਕਾਂਖਾ ਹੁੰਦੀ ਆ ਵੀ ਗੁਰੂ ਜੀ ਦੇ ਨਾਲ ਰਹੀਏ, ਤੇ ਫਿਰ ਉਹ ਮੇਰੇ ਨਾਲ ਹੀ ਰਹਿੰਦੇ ਆ। ਭਾਈ ਦਇਆ ਸਿੰਘ ਧਰਮ ਸਿੰਘ ਜੀ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਆ, ਚਾਰੋਂ ਸਾਹਿਬਜ਼ਾਦੇ ਪਾਤਸ਼ਾਹ ਦੇ ਨਾਲ ਹੀ ਰਹਿੰਦੇ ਆ। ਬਾਂਕੀਆਂ ਫੌਜਾਂ ਨੇ ਮਹਾਰਾਜ ਜੀ ਦੀਆਂ, ਇਹ ਸਤਿਗੁਰਾਂ ਦੇ ਨਾਲ ਹੀ ਵਰਤਦੀਆਂ ਪ੍ਰਤੱਖ ਰੂਪ ਵਿੱਚ। ਪਦ ਜੋਗੀਆਂ ਜੋ ਦੁਰਲਭ ਆਏ, ਜਿਹੜੀ ਪਦਵੀ ਯੋਗੀਆਂ ਨੂੰ ਵੀ ਦੁਰਲਭ ਹੈ, ਉਹਨਾਂ ਨੂੰ ਵੀ ਹਾਸਲ ਨਹੀਂ ਹੁੰਦੀ। ਆਗੇ ਲੱਖੋਂ ਛਤਰੀ ਪਏ, ਉਹ ਪਦਵੀ ਉਹਨਾਂ ਨੂੰ ਇੱਕ ਛਿਨ ਚ ਪ੍ਰਾਪਤ ਹੋ ਜਾਂਦੀ ਹੈ।
ਮਹਾਰਾਜ ਜੀ ਕਹਿੰਦੇ ਪਹਿਲਾਂ ਵੀ ਬੜੇ ਬੜੇ ਛਤਰੀ ਹੋਏ ਨੇ, ਰਾਜੇ ਹੋਏ ਨੇ, ਰਣ ਮੈਂ ਮਾਰੇ ਸੁਰਗ ਸਭ ਬੜੇ ਗਏ। ਬੜੇ ਛਤਰੀ ਸੂਰਮੇ ਹੋਏ ਨੇ ਜਿਹੜੇ ਰਣ ਭੂਮੀ 'ਚ ਲੜ ਕੇ ਸ਼ਹੀਦ ਹੋਏ ਹਨ। ਛਪੀ ਨਹੀਂ ਇਹ ਜਗ ਮੈਂ ਕਥਾ, ਇਹ ਕਥਾ ਜਗਤ ਦੇ ਵਿੱਚ ਛਿਪੀ ਨਹੀਂ ਹੈ ਉਹਨਾਂ ਸੂਰਮਿਆਂ ਦੀ, ਜੋਧੇ ਕੋ ਸੁਖ ਪ੍ਰਾਪਤ ਜਥਾ। ਕਿ ਯੋਧਿਆਂ ਨੂੰ ਜਿਸ ਤਰ੍ਹਾਂ ਦਾ ਸੁੱਖ ਪ੍ਰਾਪਤ ਹੁੰਦਾ ਇਹ ਗੱਲ ਲੁਕੀ ਛਿਪੀ ਨਹੀਂ ਹੋਈ। ਪੁਨ ਮੈਂ ਤੁਮਰੇ ਸੰਗ ਸਾਈ। ਫਿਰ ਖਾਲਸਾ ਜੀ ਮੈਂ ਤੁਹਾਡੇ ਸੰਗ ਹਾਂ ਔਰ ਹਰ ਜਗ੍ਹਾ ਤੇ ਤੁਹਾਡਾ ਸਹਾਈ ਹਾਂ। ਲੋਕ ਪਰਲੋਕ ਵਿਖੇ ਜਹ ਜਾਈ। ਲੋਕ ਪਰਲੋਕ ਵਿੱਚ ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹਾਂ। ਦੋਹਾਂ ਜਹਾਨਾਂ ਵਿੱਚ ਹਲਤ ਪਲਤ ਕੈ ਸੰਗੇ ਹਾਂ। ਇਤਿਆਦਿਕ ਉਪਦੇਸ਼ਿਤ ਸੁਆਮੀ। ਇਸ ਤਰ੍ਹਾਂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਆ ਕਲਗੀਧਰ ਸੁਆਮੀ ਜੀ ਆਪਣੇ ਖਾਲਸੇ ਨੂੰ। ਪਇਓ ਖਾਲਸਾ ਸੰਗਰ ਕਾਮੀ। ਔਰ ਜੰਗ ਦੇ ਮੈਦਾਨ 'ਚ ਲੜਨ ਵਾਸਤੇ ਸਿੰਘ ਤਿਆਰ ਬਰ ਤਿਆਰ ਹੋ ਰਹੇ ਨੇ। ਦੀਪਮਾਲ ਕੋ ਆਇਓ ਮੇਲਾ। ਇਹਨੇ ਨੂੰ ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਆ ਗਿਆ। ਸੰਗਤ ਜਿਤ ਕਿਤ ਪਈ ਸਕੇਲਾ। ਬੇਅੰਤ ਸੰਗਤਾਂ ਸੱਜੇ ਖੱਬਿਓਂ ਭਾਵ ਚਾਰਾਂ ਦਿਸ਼ਾਵਾਂ ਤੋਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੀਪਮਾਲਾ ਤੇ ਦਰਸ਼ਨਾਂ ਨੂੰ ਹਾਜ਼ਰ ਹੋਣ ਲੱਗੀਆਂ। ਚੌਂ ਦਿਸ਼ ਤੇ ਦਰਸ਼ਨ ਹਿਤ ਧਾਏ। ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚ ਆ ਰਹੀਆਂ ਨੇ। ਵਸਤ ਅਕੋਰ ਦਰਬ ਗਨ ਲਿਆਏ। ਅਨੇਕ ਪ੍ਰਕਾਰ ਦੀਆਂ ਵਸਤੂਆਂ ਭਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤਾਂ ਹਾਜ਼ਰ ਕਰਦੀਆਂ ਹਨ। ਆਨੰਦਪੁਰ ਕੇ ਚੌਂ ਦਿਸ਼ ਡੇਰੇ। ਸ੍ਰੀ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤਾਂ ਦੇ ਡੇਰੇ ਹਨ। ਸਿੱਖ ਸੰਗਤ ਕੀ ਪੀਰ ਕਨੇਰੇ। ਬੇਅੰਤ ਸਿੱਖ ਸੰਗਤਾਂ ਦਾ ਇਕੱਠ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨੇੜੇ ਨਜ਼ਰ ਆਉਂਦਾ ਹੈ। ਤੁੰਗ ਦਮਦਮੇ ਪਰ ਗੁਰ ਥਿਰੇ। ਸ੍ਰੀ ਆਨੰਦਪੁਰ ਸਾਹਿਬ ਉੱਚੇ ਦਮਦਮੇ ਤੇ ਮਹਾਰਾਜ ਜੀ ਬੈਠਦੇ ਨੇ, ਦੀਵਾਨ ਸਜਾਉਂਦੇ ਨੇ। ਆਏ ਸਰਬ ਨੇ ਦਰਸ਼ਨ ਕਰੇ। ਸਰਬ ਮਾਈ ਭਾਈ ਨੇ ਆਣ ਕੇ ਕਲਗੀਧਰ ਸੁਆਮੀ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ। ਚਾਮੁਰ ਚਾਰ ਚਲਾ ਚਲੋ ਹੋਵਤ। ਸਾਹਿਬ ਜੀ ਦੇ ਸੀਸ ਉੱਤੇ ਬੜਾ ਸੁੰਦਰ ਚਵਰ ਬਰਦਾਰ ਝੁਲਾਉਂਦਾ ਹੈ। ਬੜਾ ਸੋਹਣਾ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਝੁਲਦਾ ਹੈ। ਬਾਰ ਬਾਰ ਟੁਰ ਤੋ ਸਭ ਜੋਵਤ। ਬਾਰ ਬਾਰ ਸਾਹਿਬ ਦੇ ਸੀਸ ਉੱਤੇ ਚਵਰ ਝੁਲਦਾ ਹੈ ਔਰ ਗੁਰੂ ਕੀਆਂ ਸੰਗਤਾਂ ਦਰਸ਼ਨ ਕਰਦੀਆਂ ਨੇ। ਮੁਖ ਮੰਡਲ ਪਰ ਕੁੰਡਲ ਡੋਲ। ਸਾਹਿਬ ਦੇ ਮੁਖ ਮੰਡਲ ਦੀ ਸੋਭਾ ਵਰਣਨ ਨਹੀਂ ਹੁੰਦੀ। ਸੁੰਦਰ ਦ੍ਰਿਗ ਜੁਗ ਉਪਮ ਅਤੋਲ। ਸਾਹਿਬ ਦੇ ਨੇਤਰ ਇਤਨੇ ਸੁੰਦਰ ਨੇ ਕਿ ਜਿਨ੍ਹਾਂ ਦੀ ਉਪਮਾ ਹੀ ਨਹੀਂ ਕਹਿ ਸਕਦੇ ਵੀ ਕਿਸ ਤਰ੍ਹਾਂ ਦੇ ਸੋਹਣੇ ਨੇ। ਭਾਵ ਆਪੋ ਆਪਣੇ ਵਿੱਚ ਹੀ ਮਹਾਰਾਜ ਜੀ ਦੇ ਨੇਤਰ ਉਪਮਾ ਤੋਂ ਰਹਿਤ ਹਨ। ਕਿਰਪਾ ਦ੍ਰਿਸ਼ਟ ਸੰਗਤ ਕੋ ਹੇਰਤ। ਆਪਣੇ ਉਹਨਾਂ ਸੋਹਣੇ ਜੇ ਸਵੱਲੇ ਨੇਤਰਾਂ ਨਾਲ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਸੰਗਤ ਵੱਲ ਤੱਕਦੇ ਨੇ, ਵੇਖਦੇ ਹਨ। ਬੈਠ ਕਰੇ ਸਬਨ ਦਿਸ਼ ਪ੍ਰੇਰਿਤ। ਬੈਠ ਕੇ ਸਾਰੀ ਸੰਗਤ ਵੱਲ ਵੇਖਦੇ ਨੇ, ਅੱਖਾਂ ਦੀ ਨਿਗਾਹ ਪ੍ਰੇਰ ਕੇ। ਕਰਤ ਕਰੋ ਅਰਦਾਸ ਅਗਾਰੀ। ਔਰ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਅੱਗੇ ਖਲੋ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਹਨ। ਓਸ਼ਪ ਕਰਤੇ ਅਕੋਰ ਸੰਭਾਰੀ। ਖਜ਼ਾਨਚੀ ਮਹਾਰਾਜ ਜੀ ਦੇ ਚਰਨਾਂ ਚ ਆਈਆਂ ਭਟਾਵਾਂ ਨੂੰ ਸਾਂਭਦੇ ਨੇ ਗੁਰੂ ਕੇ ਖਜ਼ਾਨੇ ਵਿੱਚ। ਸਭ ਸੰਗਤ ਮੈਂ ਹੁਕਮ ਬਖਾਨਾ। ਸਾਰੀਆਂ ਸੰਗਤਾਂ ਵਿੱਚ ਕਲਗੀਧਰ ਸੁਆਮੀ ਜੀ ਨੇ ਆਪਣਾ ਹੁਕਮ ਸੁਣਾਇਆ। ਜੋ ਹਥਿਆਰ ਧਰੇ ਨਿਜ ਪਾਨਾ। ਆਖਿਆ ਭਾਈ ਜਿਹੜੇ ਸ਼ਸਤਰਧਾਰੀ ਹਥਿਆਰਬੰਦ ਸੂਰਮੇ ਹਨ, ਗੁਰ ਕੀ ਸੇਵਾ ਹਿਤ ਸੋ ਰਹੇ। ਗੁਰੂ ਘਰ ਦੀ ਸੇਵਾ ਵਾਸਤੇ ਇੱਥੇ ਰਹਿ ਜਾਣ, ਕਿਉਂਕਿ ਸੰਗਤ ਬੇਅੰਤ ਆਈ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਸ਼ਸਤਰਧਾਰੀ ਸੂਰਮੇ ਨੇ, ਜਿਨ੍ਹਾਂ ਨੂੰ ਹਥਿਆਰਬੰਦ ਸੂਰਮੇ ਨੇ, ਯੋਧੇ ਨੇ, ਉਹ ਸਾਰੇ ਇੱਥੇ ਗੁਰੂ ਘਰ ਦੀ ਸੇਵਾ ਵਿੱਚ ਰਹਿ ਜਾਣ। ਮਿਲੇ ਚਾਕਰੀ ਜੇ ਤਨ ਚਾਹੇ। ਔਰ ਜੇ ਕਿਸੇ ਨੂੰ ਤਨਖਾਹ ਚਾਹੀਦੀ ਹੈ ਉਹਨੂੰ ਤਨਖਾਹ ਵੀ ਮਿਲੇਗੀ, ਚਾਕਰੀ ਵੀ ਮਿਲੇਗੀ ਗੁਜਰਾਨ ਲਈ। ਰਣ ਤੁਰਕਨ ਸਨ ਪਰੇ ਹਮਾਰਾ। ਕਿ ਆਉਣ ਵਾਲੇ ਸਮੇਂ 'ਚ ਤੁਰਕਾਂ ਨਾਲ, ਮਲੇਛਾਂ ਨਾਲ ਸਾਡਾ ਜੰਗ ਹੋਣਾ, ਯੁੱਧ ਹੋਣਾ। ਯੋਧਾ ਰਹੇ ਲਏ ਹਥਿਆਰਾ। ਜਿਹੜੇ ਯੋਧੇ ਸਾਡੇ ਕੋਲ ਰਹਿਣਗੇ, ਜਿਨ੍ਹਾਂ ਕੋਲ ਹਥਿਆਰ ਨਹੀਂ, ਉਹਨਾਂ ਨੂੰ ਅਸੀਂ ਹਥਿਆਰ ਦੇਵਾਂਗੇ। ਸੁਨ ਕਰ ਜਿਨ ਰਹਿ ਬੋਚਿਤ ਤਰੇ। ਮਹਾਰਾਜ ਜੀ ਦਾ ਬਚਨ ਸੁਣਦਿਆਂ ਬਹੁਤ ਸਾਰੀਆਂ ਫੌਜਾਂ ਰਹਿਣ ਨੂੰ ਤਿਆਰ ਹੋ ਗਈਆਂ। ਜਿਹੜੇ ਜਿਹੜੇ ਸਿੰਘ ਮਹਾਰਾਜ ਜੀ ਕੋਲ ਰਹਿਣ ਵਾਸਤੇ ਤਿਆਰ ਹੋਏ, ਇਨਕੇ ਚਿਹਰੇ ਲੇਖਨ ਕਰੇ। ਭਰਤੀ ਹੋ ਗਈ, ਉਹਨਾਂ ਦੇ ਚਿਹਰੇ ਲਿਖੇ ਗਏ।
ਅੱਜ ਵਾਂਗੂ ਨਹੀਂ ਸਨ, ਫੋਟੋਆਂ ਵਗੈਰਾ ਨਹੀਂ ਸਨ ਖਿੱਚੀਆਂ ਜਾਂਦੀਆਂ, ਚਿਹਰਾ ਹੁਲੀਆ ਲਿਖਿਆ ਜਾਂਦਾ ਸੀ, ਨਾ ਪਤਾ ਟਿਕਾਣਾ। ਏਦਾਂ ਉਹਨਾਂ ਦੇ ਚਿਹਰੇ ਲਿਖੇ ਗਏ, ਉਹਨਾਂ ਦੇ ਨਾਂ ਲਿਖੇ ਗਏ, ਟਿਕਾਣੇ ਲਿਖੇ ਗਏ। ਇਨਕੇ ਟਿਗ ਆਯੁਧ ਤਬ ਨਾਈ, ਜਿਨ੍ਹਾਂ ਕੋਲ ਸ਼ਸਤਰ ਨਹੀਂ ਸਨ ਉਸ ਵੇਲੇ, ਬਖਸ਼ੇ ਦਰਬਾਰੋਂ ਕਰਤਾਈ। ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਖਜ਼ਾਨੇ ਚੋਂ ਸ਼ਸਤਰ ਬਖਸ਼ੇ ਹਨ। ਤੀਰ ਤੀਰ ਜੇ ਦੇਸ਼ ਵਿਸਾਲੇ, ਨੇੜੇ ਨੇੜੇ ਦੇ ਜਿਤਨੇ ਦੇਸ਼ ਨੇ ਆਨੰਦਪੁਰ ਸਾਹਿਬ ਦੇ, ਆਜੇ ਆਦ ਸਿੰਘ ਜੈ ਜਾਲੇ। ਮਾਝੇ ਮਾਲਵੇ ਦੁਆਬੇ ਦੇ ਜਿੰਨੇ ਸਿੰਘ ਹਨ, ਹੁਕਮ ਗੁਰੂ ਕੋ ਸਭ ਪਰ ਗਏ ਓ। ਸਾਰਿਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਜਾਰੀ ਹੋਇਆ। ਸੁਨ ਸੁਨ ਆਏ ਮੇਲ ਗਨ ਕਏ ਓ। ਜਿੰਨੇ ਸਿੰਘ ਮਹਾਰਾਜ ਜੀ ਦਾ ਹੁਕਮ ਸੁਣਦੇ ਆ, ਮਾਝੇ ਮਾਲਵੇ ਦੁਆਬੇ ਚੋਂ ਸੁਣ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਨੰਦਪੁਰ ਸਾਹਿਬ ਪਹੁੰਚ ਰਹੇ ਨੇ। ਰਹੇ ਹਜ਼ੂਰ ਵਿਖੇ ਬਹੁ ਸਿੰਘ, ਤਾਂ ਬਹੁਤ ਸਾਰੇ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਰਹਿਣ ਲੱਗੇ ਹਨ। ਸ਼ਸਤਰਨ ਸਹਿਤ ਸ਼ਤਰੂ ਮ੍ਰਿਗ ਸਿੰਘ, ਔਰ ਸ਼ਸਤਰਾਂ ਦੇ ਸਹਿਤ ਦੁਸ਼ਮਣਾ ਰੂਪੀ ਹਿਰਨਾ ਲਈ ਇਹ ਸ਼ੇਰ ਬਣ ਕੇ ਵਸਦੇ ਹਨ। ਸੰਗਤ ਅਪਰ ਲਿਏ ਸਿਰੋਂ ਪਾਏ, ਜਿਹੜੇ ਸ਼ਸਤਰ ਧਾਰੀ ਉਹ ਰਹਿ ਗਏ, ਬਾਕੀ ਜਿੰਨੀਆਂ ਸੰਗਤਾਂ ਮਾਈ ਭਾਈ ਸਨ ਉਹ ਮਹਾਰਾਜ ਜੀ ਦੇ ਕੋਲੋਂ ਬਖਸ਼ਿਸ਼ ਕੀਤੇ ਗਏ ਸਿਰੇ ਪਾਓ ਲੈ ਕੇ ਗਮਨੇ ਕਰ ਰਜਾਏ ਗੁਰ ਪਾਏ। ਸਤਿਗੁਰਾਂ ਦੀ ਆਗਿਆ ਲੈ ਕੇ ਆਪੋ ਆਪਣਿਆਂ ਘਰਾਂ ਨੂੰ, ਨਗਰਾਂ ਨੂੰ, ਸ਼ਹਿਰਾਂ ਨੂੰ ਪਰਤ ਗਏ। ਔਰ ਆਨੰਦ ਮੈਂ ਵੀਰ ਵਿਸਾਲੇ, ਸ੍ਰੀ ਆਨੰਦਪੁਰ ਸਾਹਿਬ ਵਿੱਚ ਹੁਣ ਵੀਰਾਂ ਯੋਧਿਆਂ ਦੀਆਂ ਫੌਜਾਂ ਦਿਸਦੀਆਂ ਹਨ। ਭਾਈ ਪੀਰ ਜਿਤ ਕਿਤ ਥਿਤ ਜਾਲੇ, ਜਿੱਧਰ ਕਿੱਧਰ ਵੇਖੀਏ ਮਹਾਰਾਜ ਜੀ ਦੇ ਸੂਰਮੇ ਤਿਆਰ ਬਰ ਤਿਆਰ ਦਿਸਦੇ ਨੇ, ਸ਼ਸਤਰ ਧਾਰੀ ਸੂਰਮੇ ਮਾਰ ਬਕਾਰਾ ਕਰਦੇ ਦਿਸਦੇ ਨੇ। ਗੁਲਕਾਂ ਅਨਿਕ ਕਰੇ ਸੁਨਿਆਰੇ, ਉਧਰ ਸੁਨਿਆਰੇ ਗੋਲੀਆਂ ਘੜ ਘੜ ਕੇ ਤਿਆਰ ਕਰ ਰਹੇ ਹਨ। ਰਿੰਦ ਬਰੂਦ ਹੋਤੇ ਤਿਆਰੇ, ਬਰੂਦ ਤਿਆਰ ਕੀਤਾ ਜਾ ਰਿਹਾ, ਖੁੱਲੇ ਕੁੱਪੇ ਜਿਹੜੇ ਨੇ ਬਰੂਦ ਦੇ ਭਰੇ ਜਾ ਰਹੇ ਨੇ। ਤੋਮਰ ਸੇਲੇ ਸਾਂਗ ਕਰਨ ਤੇ, ਜਿਹੜੇ ਲੋਹਾਰ ਸ਼ਿਗਲੀਗਰ ਨੇ ਉਹ ਬਰਛੀਆਂ, ਸੇਲੇ ਔਰ ਲੋਹੇ ਦੇ ਹਥਿਆਰ ਤਿਆਰ ਕਰ ਰਹੇ ਨੇ। ਬਾਨ ਬਣਾਏ ਬਣਾਏ ਤਰਨ ਤੇ, ਤਿੱਖੇ ਤਿੱਖੇ ਫੁਲਾਦੀ ਤੀਰ ਬਣਾ ਬਣਾ ਕੇ ਕਾਨੀਆਂ ਜੋੜ ਕੇ ਰੱਖ ਰਹੇ ਨੇ। ਧਨੁਖ ਕਠੋਰ ਸਮੂਹ ਤਮਾਚੇ, ਔਰ ਕਠੋਰ ਧਨਖ ਜਿਹੜੇ ਨੇ ਉਹ ਤਿਆਰ ਕਰਕੇ ਰੱਖੇ ਜਾ ਰਹੇ ਨੇ। ਤਮੰਚੇ ਜਿਹੜੇ ਛੋਟੇ ਪਿਸਟਲ ਵਗੈਰਾ ਹੁੰਦੇ ਨੇ ਉਹ ਤਿਆਰ ਕਰਕੇ ਰੱਖੇ ਜਾ ਰਹੇ ਨੇ। ਲੈ ਲੈ ਬਖਸ਼ਤ ਸ੍ਰੀ ਗੁਰ ਸਾਚੇ, ਉਹਨਾਂ ਕੋਲੋਂ ਲੈ ਕੇ ਉਹ ਤਮੰਚੇ ਤੇ ਹੋਰ ਜਿਹੜੇ ਸ਼ਸਤਰ ਨੇ ਮਹਾਰਾਜ ਜੀ ਸੂਰਮਿਆਂ ਵਿੱਚ ਤਕਸੀਮ ਕਰਦੇ ਨੇ। ਪਹਿਲਾਂ ਪੁੱਛਦੇ ਆ ਵੀ ਕਿਹੜਾ ਸੂਰਮਾ ਕਿਹੜਾ ਸ਼ਸਤਰ ਚਲਾਣਾ ਜਾਣਦਾ ਹੈ, ਉਹਨੂੰ ਉਹੀ ਸ਼ਸਤਰ ਦੇ ਕੇ ਮਹਾਰਾਜ ਜੀ ਨਿਵਾਜਦੇ ਹਨ। ਦਿਨ ਪ੍ਰਤ ਤਿਆਰੀ ਸੰਗਰ ਕੇਰੀ, ਏਦਾਂ ਦਿਨ ਪ੍ਰਤੀ ਦਿਨ ਜੰਗ ਦੇ ਮੈਦਾਨ ਦੀ ਤਿਆਰੀ ਚੱਲ ਰਹੀ ਆ ਗੁਰੂ ਖਾਲਸੇ ਵੱਲੋਂ। ਕਲਗੀ ਤਾਰੇਮ ਕਰਤ ਕਨੇਰੀ, ਏਦਾਂ ਇਧਰੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੇ ਕਮਰ ਕੱਸੇ ਕੀਤੇ, ਤਿਆਰੀਆਂ ਕੀਤੀਆਂ ਹੋਈਆਂ ਨੇ। ਚਾਕਰ ਅਪਰ ਹਿੰਦੂ ਕੈ ਤੁਰਕਾ, ਇਹਦੇ ਤੋਂ ਇਲਾਵਾ ਸਿੰਘਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੁਰਕ ਤੇ ਹਿੰਦੂ ਵੀ ਨੌਕਰ ਰਹਿਣ ਵਾਸਤੇ ਆਉਂਦੇ ਆ। ਮਹਾਰਾਜ ਜੀ ਨੇ ਉਹਨਾਂ ਵਾਸਤੇ ਵੀ ਭਰਤੀ ਖੋਲ ਦਿੱਤੀ ਹੈ। ਆਵਤ ਰਹਿਤ ਸੁਨਤ ਜਸ ਗੁਰ ਕਾ, ਸਤਿਗੁਰਾਂ ਦਾ ਜਸ ਸੁਣ ਕੇ ਸੋਭਾ ਸੁਣ ਕੇ ਆਉਂਦੇ ਆ ਮਹਾਰਾਜ ਜੀ ਦੇ ਕੋਲ ਰਹਿਣ ਵਾਸਤੇ। ਜਿਹੜੇ ਧੱਕੇ ਮਾਰ ਕੇ ਕੱਢੇ ਹੋਏ ਸਨ ਇਹਨਾਂ ਮਲੇਛਾਂ ਵੱਲੋਂ ਉਹ ਮਹਾਰਾਜ ਜੀ ਦੇ ਕੋਲ ਆ ਕੇ ਸ਼ਰਨ ਪਾਉਂਦੇ ਹਨ। ਰਾਖੇ ਤਿਸੇ ਲਿਖੇ ਦਰਮਾ, ਉਹਨਾਂ ਨੂੰ ਰੱਖ ਲੈਂਦੇ ਆ, ਉਹਨਾਂ ਦੀ ਤਨਖਾਹ ਲਿਖ ਲੈਂਦੇ ਵੀ ਇੰਨੀ ਤਨਖਾਹ ਤੁਹਾਨੂੰ ਮਹੀਨੇ ਦੀ ਜਾਂ ਰੋਜ਼ੀਨਾ ਇੰਨਾ ਰੋਜ਼ ਦਾ। ਕਈ ਰੋਜ਼ ਦੇ ਲੈਣ ਵਾਲੇ ਸੀ, ਕੋਈ 10 ਦਿਨਾਂ ਦਾ ਲੈਂਦਾ, ਕੋਈ ਮਹੀਨੇ ਦਾ, ਕੋਈ 6 ਮਹੀਨਿਆਂ ਦਾ ਇਕੱਠਾ ਹਿਸਾਬ ਕਿਤਾਬ ਕਰਦਾ ਹੈ। ਇਮ ਬਹੁ ਪੀਰ ਆਨੰਦਪੁਰ ਮਾ, ਏਦਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਕੇ ਸਿੰਘਾਂ ਦੀ ਔਰ ਸੂਰਮਿਆਂ ਦੀ ਵੱਡੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਉਧਰ ਪਹਾੜੀਏ ਤੇ ਸੂਬੇਦਾਰ ਰਲ ਕੇ ਇਕੱਠੇ ਹੋ ਕੇ ਗੁਰਦੇਵ ਤੇ ਚੜ੍ਹਾਈ ਕਰਨ ਵਾਸਤੇ ਆਨੰਦਪੁਰ ਸਾਹਿਬ ਵੱਲ ਵੱਧ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦਾ ਪਵਿੱਤਰ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਿਸ
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। 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 ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉਏ ਹੋ, ਨਾਨਕ ਚਾਉਏ ਹੋ। ਨਾਨਕ ਚਾਉਏ ਓ, ਨਾਨਕ ਚਾਉਏ ਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਿਆਰ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।